मैं कहना धर्म की राजनीति दे जिहड़ी गुरु हरगोबिंद साहब ने धर्म का झंडा निशान साहब उत्ते ते राजनीति का थले रखा है ना, पर बादल साहब ने तो अपने पैरों हेठ रोड़ के रख दिता धर्म, राजनीति नूं सिर ते चुकी रहे। तुसीं लड़ाई बड़ी वड्डी लड़ी पर ये लड़न की लोड़ की पई? ਇਹਦੀ ਜ਼ਿੰਮੇਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲੀ ਦਲ। ਪਰ ਜਿਹੜੀ ਤੁਹਾਡੀ ਲੜਾਈ ਤੁਹਾਡੀ ਜਿੱਤ ਹੈ, ਬਟ ਸਿੱਖ ਪੰਥ ਲਈ ਹਾਰ ਨਹੀਂ ਹੈ, ਕਿਉਂਕਿ ਜੇ ਅਸੀਂ ਅੱਜ ਜਿਵੇਂ ਕਿਹਾ ਜਾ ਰਿਹਾ, ਜਿਵੇਂ ਅਕਾਲੀ ਦਲ ਦੀ ਮੈਂ ਗੱਲ ਕਹਿੰਦੇ, ਉਹ ਕਹਿੰਦੇ ਵੀ ਇਹ ਤਾਂ 84 ਤੋਂ ਵੀ ਵੱਡਾ ਕਾਂਡ ਹੋ ਗਿਆ ਸਾਡੇ ਨਾਲ। ਗੁਰੂ ਸਾਰਿਆਂ ਦੇ ਸਾਂਝੇ ਨੇ, ਉਹ ਅਕਾਲੀ ਦਲ ਬਾਦਲ ਦੇ ਵੱਖਰੇ ਗੁਰੂ ਨੇ, ਗੁਰੂਆਂ ਦੇ ਗੁਰਦੁਆਰੇ ਸਾਰਿਆਂ ਗੁਰੂਆਂ ਦੇ ਨੇ। ਕੀ ਗੱਲ ਉੱਥੇ ਕਾਂਗਰਸੀ ਨੂੰ, ਲੋਕ ਦਲ ਵਾਲਿਆਂ ਨੂੰ, ਆਮ ਆਦਮੀ ਪਾਰਟੀ ਨੂੰ, ਕਿਸੇ ਧਰਮ ਦੇ ਬੰਦੇ ਨੂੰ ਉੱਥੇ ਮਨਾਈਏ ਜਾਣ ਦੀ? ਤੁਹਾਡੇ ਸਾਹਮਣੇ ਕੋਈ ਇਹੋ ਜਿਹਾ ਕਦੀ ਫੈਸਲਾ ਲਿਆ ਗਿਆ ਤੁਹਾਨੂੰ ਲੱਗਦਾ ਜਿਹਦੇ ਵਿੱਚ ਸਿਆਸਤ ਨੇ ਇਹੋ ਜਿਹਾ ਕੰਮ ਕੀਤਾ ਜਦ ਧਰਮ ਨੁਕਸਾਨ ਹੋਇਆ? ਮੈਂ ਨਾ ਬਾਦਲ ਸਾਹਿਬ ਅੱਜ ਤੱਕ ਲੈਂਦੇ ਹੀ ਇਹੋ ਜਿਹੇ ਫੈਸਲੇ ਰਹੇ ਨੇ, ਉਹਨਾਂ ਨੇ ਤਾਂ ਕਦੀ ਇਹ ਸੋਚਿਆ ਹੀ ਨਹੀਂ ਇੱਥੇ ਧਰਮ ਨੂੰ ਨੁਕਸਾਨ ਹੋ ਰਿਹਾ, ਸਿੱਖੀ ਨੂੰ ਨੁਕਸਾਨ ਹੋ ਰਿਹਾ। ਕਿ ਹਰਿਆਣੇ ਵਾਲੇ ਤਾਂ ਮੈਂਬਰ ਚੁਣ ਕੇ ਸਿਰਫ ਇਸ ਕਰਕੇ ਆਉਂਦੇ ਨੇ, ਇਹਨਾਂ ਨੂੰ ਤੇ ਰੁਪਈਏ ਦੀ ਭੁੱਖ ਹੈ, ਤੇ ਰੁਪਈਏ ਮੰਗਣ ਆਉਂਦੇ ਨੇ, ਹੋਰ ਇਹ ਧਰਮ ਦਾ ਕੰਮ ਨਹੀਂ ਕਰਨਾ ਚਾਹੁੰਦੇ। ਇਹੋ ਜਿਹਾ ਜਵਾਬ ਸੁਣ ਕੇ ਇਹ ਬਾਦਲ ਸਾਹਿਬ ਤੁਹਾਨੂੰ ਕਿਹਾ? ਇਹ ਉਦੋਂ ਥੋੜਾ ਸਾ ਪ੍ਰਧਾਨ ਹੁੰਦੇ ਸਨ, ਉਹਨਾਂ ਕਿਹਾ। ਇੱਕ ਸਾਡੀ ਆਸ ਹੈ ਕਿ ਵੀ ਜਿਹੜੇ ਵੀਆਈਪੀ ਲਾਈਨ ਲੱਗਦੀ ਆ ਉਹ ਬੰਦ ਕਰ ਦਿਓ। ਸਾਡੇ ਗੁਰੂ ਘਰਾਂ ਵਿੱਚ ਵੀਆਈਪੀ ਲਾਈਨ ਨਹੀਂ ਹੋਣੀ ਚਾਹੀਦੀ। ਜੇ ਨਹੀਂ ਟਾਈਮ ਹੈ ਨਾ ਜਾਓ, ਜੇ ਟਾਈਮ ਹੈ ਤਾਂ ਲਾਈਨ ਵਿੱਚ ਜਾਓ। ਉਹ ਮੈਂ ਤਾਂ ਅਬ ਤੁਹਾਡੇ ਅੱਗੇ ਬੇਨਤੀ ਕਰਦੀ ਹਾਂ, ਜੇ ਇਹ ਕਰ ਦੋਗੇ ਤਾਂ ਹਰਿਆਣੇ ਦੇ ਗੁਰਦੁਆਰੇ ਸਾਨੂੰ ਬੜੀ ਖੁਸ਼ੀ ਹੋਏਗੀ। ਈਸਾਈ ਧਰਮ ਕਿਉਂ ਅੱਗੇ ਜਾ ਰਿਹਾ ਹੈ? ਸਿੱਖ ਧਰਮ ਨਾਲੋਂ ਈਸਾਈ ਕਿਉਂ ਕਨਵਰਟ ਹੋ ਰਹੇ ਨੇ? ਉਹਨਾਂ ਦੀ ਐਜੂਕੇਸ਼ਨ, ਉਹਨਾਂ ਦਾ ਹੈਲਥ ਬਾਰੇ ਸੋਚਣਾ, ਪ੍ਰੇਮ ਪਿਆਰ, ਉਹਨਾਂ ਕੋਲ ਕੋਈ ਡਾਂਗ ਵਰਛਾ ਹੁੰਦਾ ਹੈ। ਜਿਹੜੇ ਸੇਵਾਦਾਰ ਡਾਂਗਾ ਲੈ ਕੇ ਖੜੇ ਹੁੰਦੇ ਉਹ ਵੀ ਨਹੀਂ ਹੋਣੇ ਚਾਹੀਦੇ, ਬਿਕੋਜ਼ ਅਸੀਂ ਚਾਹੁੰਦੇ ਹਾਂ ਕਿ ਅਸੀਂ ਗੁਰੂ ਦੇ ਘਰ ਆਏ ਹਾਂ, ਸਾਨੂੰ ਇੱਥੇ ਪਿਆਰ ਹਰ ਚੀਜ਼ ਮਿਲਣੀ ਚਾਹੀਦੀ ਹੈ। ਉਹ ਜਿਹਾ ਅਹਿਸਾਸ ਹੋਣਾ ਚਾਹੀਦਾ ਕਿ ਆਪਣੇ ਪਿਓ ਦੇ ਘਰ ਆਏ ਹਾਂ। ਸਰਦਾਰ ਸੁਖਬੀਰ ਸਿੰਘ ਜੀ ਬਾਦਲ ਕਹਿ ਰਹੇ ਨੇ ਪੰਥ ਖਤਰੇ 'ਚ, ਪੰਥ ਟੁੱਟ ਗਿਆ, ਪੰਥ ਦੁਫਾੜ ਹੋ ਗਿਆ, ਸਿੱਖ ਦੁਫਾੜ ਹੋ ਗਏ। ਮੈਂ ਸਰਦਾਰ ਸੁਖਬੀਰ ਸਾਹਿਬ ਬਾਦਲ ਨੂੰ ਪੁੱਛਣਾ, ਪੰਥ ਰੱਖਣ ਕਿੱਥੇ ਦਿੱਤਾ ਤੁਸੀਂ? ਪੰਥ ਰਿਹਾ ਹੀ ਨਹੀਂ। ਜਦੋਂ ਬਾਦਲ ਸਾਹਿਬ ਇੱਥੇ ਕੰਪੇਨ ਕਰਨ ਵਾਸਤੇ ਆਉਂਦੇ ਤੇ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਸਾਡਾ ਕੈਂਡੀਡੇਟ ਕਿਤੇ ਹਾਰ ਨਾ ਜਾਏ, ਉਹ ਸਾਜ਼ਿਸ਼ ਦੇ ਤੌਰ 'ਤੇ ਪੰਜਾਬ ਵਿੱਚ ਵੀ ਇਹੋ ਜਿਹੇ ਸਾਜ਼ਿਸ਼ਾਂ ਕਰਦੇ ਰਹਿੰਦੇ ਨੇ। ਜਿੱਥੇ ਉਹਨਾਂ ਨੂੰ ਹਾਰ ਦਿਸਦੀ ਹੈ ਤੇ ਉੱਥੇ ਬੈਲਟ ਪੇਪਰ ਕੁਝ ਚੇਂਜ ਕਰਾ ਦਿੰਦੇ ਨੇ। ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਪੰਥਕ ਪਾਰਟੀ ਮੰਨਿਆ ਜਾਂਦਾ ਸੀਗਾ, ਤੇ ਉਹ ਕਹਿੰਦੇ ਨੇ ਕਿ ਵੀ ਤੁਸੀਂ ਵੱਖਰੇ ਹੋ ਕੇ ਹੁਣ ਤੁਸੀਂ ਭਾਜਪਾ ਦੇ ਨਾਲ ਜੁੜ ਗਏ ਹੋ। ਜੇ ਧੱਕਾ ਕਰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਤੇ ਆਪਾਂ ਇਲੈਕਸ਼ਨ ਦਾ ਬਾਈਕਾਟ ਕਰ ਰਹੇ ਹਾਂ, ਆਪਾਂ ਹਰਿਆਣਾ 'ਚ ਖੂਨ ਖਰਾਬਾ ਨਹੀਂ ਹੁੰਦਾ। ਚੰਗਾ ਫੈਸਲਾ ਸੀ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਕਿ ਉਸ ਮਹਾਰਾਜ ਦੀ ਕਿਰਪਾ ਕਰਕੇ ਕਹਿ ਰਹੇ ਨੇ ਤੁਸੀਂ ਸਰਕਾਰ ਨਾਲ ਮਿਲ ਕੇ ਸ਼ੁਕਰਾਨਾ ਕਰ ਰਹੇ ਹੋ, ਇਸ ਲਈ ਕਹਿ ਰਹੇ ਨੇ ਤੁਸੀਂ ਬੀਜੇਪੀ ਨਾਲ ਜੁੜੇ ਹੋ। ਇਸ ਤਰ੍ਹਾਂ ਜੀ ਸਰਕਾਰ ਨਾਲ ਮਿਲ ਕੇ ਸ਼ੁਕਰਾਨਾ ਨਹੀਂ ਕਰ ਰਹੇ, ਸਰਕਾਰ ਵੀ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨਾ ਚਾਹੁੰਦੀ ਹੈ ਤੇ ਅਸੀਂ ਵੀ ਗੁਰੂ ਮਹਾਰਾਜ ਦਾ ਸ਼ੁਕਰਾਨਾ। ਸਰਕਾਰ ਨੂੰ ਕਿਉਂ ਲੋੜ ਪੈ ਗਈ ਸ਼ੁਕਰਾਨਾ ਕਰਨ ਦੀ? ਤੁਸੀਂ ਮਾਲਕ ਨਹੀਂ ਬਣੇ, ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਯੂਜ਼ ਕਰਨ ਵਾਸਤੇ, ਉਹਦੇ ਧਨ ਨੂੰ ਯੂਜ਼ ਕਰਨ ਵਾਸਤੇ, ਉਹਦੀ ਪਾਵਰ ਨੂੰ ਯੂਜ਼ ਕਰਨ ਵਾਸਤੇ ਵੋਟ ਤੇ ਨੋਟ ਦੀ ਅੱਜ ਤੱਕ ਰਾਜਨੀਤੀ ਕਰਦੇ ਰਹੋ। ਨਾ ਤੁਹਾਨੂੰ ਧਰਮ ਦੀ ਕੋਈ ਪਰਵਾਹ ਹੈ, ਨਾ ਸਿੱਖੀ ਦੀ ਪਰਵਾਹ ਹੈ, ਨਾ ਗੁਰੂ ਘਰਾਂ ਦੀ ਪਰਵਾਹ ਹੈ। ਜਿੱਤ ਕੇ ਵੀ ਇੰਨੀ ਕੋਸ਼ਿਸ਼ ਕਿਉਂ ਕਰ ਰਹੇ ਹੋ ਕਿ ਨਾਲ ਚੱਲੀਏ? ਸਿਰਫ ਪੰਥ ਨੂੰ ਇਕੱਠਿਆਂ ਵੇਖਣ ਵਾਸਤੇ। ਜੇ ਹਰਿਆਣੇ ਦੇ ਸਿੱਖਾਂ ਦੀ ਗੱਲ ਸੁਣੀ ਹੁੰਦੀ, ਜੇ ਪੈਸਾ ਇੱਥੇ ਵਾਪਸ ਲਿਆਉਣ ਜਗ੍ਹਾ ਉੱਥੇ ਖਰਚ ਆਉਂਦਾ ਤਾਂ ਸ਼ਾਇਦ ਇਹ ਵੱਖਰਾ ਨਹੀਂ ਹੋਣਾ ਪੈਂਦਾ। ਮੈਂ ਮੈਡਮ ਜੀ ਪਹਿਲਾਂ ਕਹਿ ਚੁੱਕਾ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭੇਦਭਾਵ ਤਰੀਕੇ ਨੂੰ, ਬਾਦਲ ਸਾਹਿਬ ਦੀ ਡਿਕਟੇਟਰਸ਼ਿਪ ਦੀ ਵਜ੍ਹਾ ਤੋਂ ਹੀ ਜਨਮ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਤੁਹਾਡੇ ਵਿੱਚ ਅਜੇ ਵੀ ਐਡਾ ਪੋਜ਼ਿਟਿਵ ਐਟੀਟਿਊਡ, ਤੁਸੀਂ ਅਜੇ ਵੀ ਤੁਸੀਂ ਮੰਨਦੇ ਹੋ ਕਿ ਇੰਨੇ ਸਾਲਾਂ ਦੀ ਲੜਾਈ ਲੜੀ ਹੈ, ਪਰ ਅੱਜ ਵੀ ਕੋਸ਼ਿਸ਼ ਕਰ ਰਹੇ ਹੋ ਕਿ ਸ਼ਾਇਦ ਉਹ ਫਿਰ ਮੰਨ ਜਾਣ? ਮੈਂ ਕਹਿੰਦਾ ਬਾਦਲ ਸਾਹਿਬ ਮੇਰੇ ਪਿਤਾ ਦੇ ਬਰੋਬਰ ਨੇ, ਮੈਂ ਜਾ ਕੇ ਪੱਗ ਆਪਣੀ ਸਿਰ ਤੇ ਰੱਖ ਦਿਆਂਗਾ ਬਾਦਲ ਸਾਹਿਬ ਦੇ। ਮੈਂ ਉਹਨਾਂ ਨੂੰ ਆਪਸ਼ਨ ਦਿੱਤੀ ਹੈ, ਜਾਂ ਕਾਨੂੰਨ ਨਾਲ ਚੱਲੋ ਤੇ ਜਾਂ ਡੈਮੋਕ੍ਰੇਸੀ ਤਰੀਕੇ ਨਾਲ ਚੱਲੋ, ਤੇ ਜਾਂ ਦਾਦੂਵਾਲ ਸਾਹਿਬ ਨੂੰ ਜੇ ਇੰਨਾ ਹੀ ਮਾਣ ਹੈ, ਜੇ ਮੈਂਬਰਾਂ ਨੂੰ ਵੀ ਨਹੀਂ ਉਹ ਪ੍ਰੈਫਰੈਂਸ ਦਿੰਦੇ, ਕਾਨੂੰਨ ਨੂੰ ਵੀ ਪ੍ਰੈਫਰੈਂਸ ਦਾਦੂਵਾਲ ਸਾਹਿਬ ਨਹੀਂ ਦਿੰਦੇ, ਮੈਂਡੇਟ ਕਰਵਾ ਕੇ ਵੇਖ ਲੈਣ, ਸਾਰੀ ਦੁਨੀਆ ਦਾ ਮੈਂਡੇਟ ਕਰਵਾ ਕੇ ਵੇਖ ਲੈਣ ਵੀ ਹੱਕ ਚੀਂਦੇ ਦਾ ਬਣਦਾ ਕਿ ਦਾਦੂਵਾਲ ਦਾ ਬਣਦਾ, ਪੰਜਾਬ ਦਾ ਕਰਵਾ ਕੇ ਵੇਖ ਲੈਣ, ਹਰਿਆਣੇ ਦਾ ਕਰਵਾ ਕੇ ਵੇਖ ਲੈਣ, ਮੈਂਬਰਾਂ ਦਾ ਕਰਵਾ ਕੇ ਵੇਖ ਲੈਣ। ਹਾਲ ਵਿੱਚ ਹੀ ਸੁਪਰੀਮ ਕੋਰਟ ਨੇ ਇੱਕ ਐਸਾ ਫੈਸਲਾ ਸੁਣਾਇਆ ਜਿਸ ਤੋਂ ਬਾਅਦ ਸਿੱਖ ਜਗਤ ਵਿੱਚ ਇੱਕ ਬੜੀ ਭੁਚਾਲ ਵਰਗੀ ਵਿਵਾਦ ਸ਼ੁਰੂ ਹੋ ਗਿਆ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਬਣ ਗਈ ਹੈ, ਜਿਸ ਨਾਲ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਸਿੱਖਾਂ ਨੂੰ ਵੰਡਿਆ ਜਾ ਰਿਹਾ ਹੈ। ਕਿ ਸਿੱਖਾਂ ਨੂੰ ਵੰਡਿਆ ਜਾ ਰਿਹਾ ਹੈ ਕਿਉਂ? ਹਰਿਆਣੇ ਦੇ ਸਿੱਖਾਂ ਨੂੰ ਲੱਗਿਆ ਕਿ ਅਸੀਂ ਐਸਜੀਪੀਸੀ ਤੋਂ ਵੱਖਰਾ ਹੋਣਾ ਚਾਹੁੰਦੇ ਹਾਂ, ਤੇ ਇਸ ਤੋਂ ਵੰਡ ਕੇ ਅੱਗੇ ਕੀ ਕਰਨਗੇ? ਇਹਨਾਂ ਗੱਲਾਂ ਬਾਰੇ ਸਾਡੇ ਨਾਲ ਚਰਚਾ ਕਰਨ ਲਈ ਹਰਿਆਣਾ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਸਾਡੇ ਨਾਲ ਨੇ। ਸਰ, ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਮੈਂ ਪਹਿਲਾਂ ਇੱਥੇ ਆਉਣ 'ਤੇ ਸਪੋਕਸਮੈਨ ਦੇ ਆਫਿਸ ਵਿੱਚ ਪਹੁੰਚਣ 'ਤੇ ਸਪੋਕਸਮੈਨ ਦਾ ਧੰਨਵਾਦ ਕਰਨਾ, ਅਤੇ ਉਹਦੇ ਨਾਲ ਹੀ
ਸਾਰੇ ਹਰਿਆਣੇ ਦੇ ਸਿੱਖਾਂ ਦਾ ਵੀ ਧੰਨਵਾਦ ਕਰਦਾ। ਤੁਸੀਂ ਲੜਾਈ ਬੜੀ ਵੱਡੀ ਲੜੀ, ਪਰ ਇਹ ਲੜਨ ਦੀ ਲੋੜ ਕੀ ਪਈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਇਹ ਲੜਾਈ ਲੜਨ ਦੀ ਲੋੜ ਕਿਉਂ ਪਈ, ਇਹਦੀ ਜ਼ਿੰਮੇਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲੀ ਦਲ ਬਾਦਲ, ਕਿਉਂਕਿ ਅਸੀਂ 2007 'ਚ 2004 'ਚ 11 ਮੈਂਬਰ SGPC ਦੇ 11 ਵਿੱਚੋਂ 7 ਮੈਂਬਰ ਚੁਣ ਕੇ ਗਏ, ਅਤੇ ਜਦੋਂ ਹਰਿਆਣੇ ਦੀਆਂ ਮੁਸ਼ਕਲਾਵਾਂ ਅਸਾਂ ਹਾਊਸ ਵਿੱਚ ਰੱਖੀਆਂ ਅਤੇ ਸਾਨੂੰ ਇਹੋ ਜਿਹਾ ਜਵਾਬ ਮਿਲਿਆ ਕਿ ਹਰਿਆਣੇ ਵਾਲੇ ਤਾਂ ਮੈਂਬਰ ਚੁਣ ਕੇ ਸਿਰਫ ਇਸ ਕਰਕੇ ਆਉਂਦੇ ਨੇ, ਇਹਨਾਂ ਨੂੰ 3 ਰੁਪਈਏ ਦੀ ਭੁੱਖ ਹੈ, 3 ਰੁਪਈਏ ਮੰਗਣ ਆਉਂਦੇ ਨੇ, ਹੋਰ ਇਹ ਧਰਮ ਦਾ ਕੰਮ ਨਹੀਂ ਕਰਨਾ ਚਾਹੁੰਦੇ। ਇਹੋ ਜਿਹਾ ਜਵਾਬ ਸੁਣ ਕੇ ਇਹ ਬਾਦਲ ਸਾਹਿਬ ਨੂੰ ਕਿਹਾ, ਇਹ ਉਦੋਂ ਚੌੜਾ ਸਾਹਿਬ ਪ੍ਰਧਾਨ ਹੁੰਦੇ ਸਨ, ਉਹਨਾਂ ਕਿਹਾ। ਪਰ ਇਸ ਤੋਂ ਪਹਿਲੋਂ ਇਹ 2004 ਦੀ ਗੱਲ ਹੈ, ਜਿੱਥੋਂ ਇਹ ਮੁੱਢ ਸ਼ੁਰੂ ਹੁੰਦਾ ਹੈ। 1996 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਲੈਕਸ਼ਨ 25 ਸਾਲ ਬਾਅਦ ਹੋਇਆ। ਮਾਨ ਵੱਲੋਂ ਮੈਨੂੰ ਕੈਂਡੀਡੇਟ ਬਣਾਇਆ ਗਿਆ ਕਰਨਾਲ ਕੌਂਸਟੀਚੂਸ਼ਨ ਦਾ, ਅਤੇ ਸਰਦਾਰ ਰਘੂਜੀਤ ਸਿੰਘ ਵਿਰਕ ਨੂੰ ਅਕਾਲੀ ਦਲ ਬਾਦਲ ਵੱਲੋਂ ਕੈਂਡੀਡੇਟ ਬਣਾਇਆ ਗਿਆ। ਸਾਡੇ ਕਰਨਾਲ ਦੀ ਕੌਂਸਟੀਚੂਸ਼ਨ 5 ਡਿਸਟ੍ਰਿਕਟ ਆਉਂਦੇ ਸਨ, ਡਿਸਟ੍ਰਿਕਟ ਕਰਨਾਲ, ਪਾਣੀਪਤ, ਝੱਜਰ, ਰੋਹਤਕ ਅਤੇ ਸੋਨੀਪਤ। 65,000 ਟੋਟਲ ਵੋਟਾਂ ਸਨ ਉਸ ਟਾਈਮ। 60,000 ਵੋਟਾਂ ਤੇ ਕਰਨਾਲ ਅਤੇ ਪਾਣੀਪਤ ਡਿਸਟ੍ਰਿਕਟ ਦੀਆਂ ਹਨ, ਅਤੇ 5,000 ਵੋਟਾਂ ਜਿਹੜੀਆਂ ਨੇ ਝੱਜਰ, ਸੋਨੀਪਤ ਅਤੇ ਰੋਹਤਕ ਦੀਆਂ ਸਨ। ਜਦੋਂ ਬਾਦਲ ਸਾਹਿਬ ਇੱਥੇ ਕੰਪੇਨ ਕਰਨ ਵਾਸਤੇ ਆਉਂਦੇ ਅਤੇ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਸਾਡਾ ਕੈਂਡੀਡੇਟ ਕਿਤੇ ਹਾਰ ਨਾ ਜਾਏ, ਉਹ ਸਾਜ਼ਿਸ਼ ਦੇ ਤੌਰ 'ਤੇ ਪੰਜਾਬ ਵਿੱਚ ਵੀ ਇਹੋ ਜਿਹੇ ਸਾਜ਼ਿਸ਼ਾਂ ਕਰਦੇ ਰਹਿੰਦੇ ਨੇ। ਜਿੱਥੇ ਉਹਨਾਂ ਨੂੰ ਹਾਰ ਦਿਸਦੀ ਹੈ ਅਤੇ ਉੱਥੇ ਬੈਲਟ ਪੇਪਰ ਕੁਝ ਚੇਂਜ ਕਰਾ ਦਿੰਦੇ ਨੇ। ਉਹੀ ਉਹਨਾਂ ਕੀਤਾ। 65,000 ਬੈਲਟ ਪੇਪਰ ਤਾਂ ਇੱਕ ਮਸ਼ੀਨ 'ਚੋਂ ਨਿਕਲਣੇ ਸਨ, ਇਕੱਠੇ ਛਪੇ ਸਨ। ਪਰ ਉਹਨਾਂ ਕੀ ਕੀਤਾ, 60,000 ਬੈਲਟ ਪੇਪਰ ਤੇ ਠੀਕ ਕਿਤੇ ਮੇਰੇ ਕੋਲ ਘੋੜਾ ਨਿਸ਼ਾਨ ਸੀ ਮਾਨ ਸਾਹਿਬ ਦਾ, ਅਤੇ ਸਰਦਾਰ ਰਘੂਜੀਤ ਸਿੰਘ ਕੋਲ ਟਰੈਕਟਰ ਨਿਸ਼ਾਨ ਸੀ। 60,000 ਤਾਂ ਬਿਲਕੁਲ ਠੀਕ ਛਪ ਗਏ। ਜਿਹੜੇ 5,000 ਉੱਧਰ ਵੰਡੇ ਗਏ ਤਿੰਨਾਂ ਜ਼ਿਲ੍ਹਿਆਂ ਸਾਜ਼ਿਸ਼ ਦੇ ਤੌਰ 'ਤੇ, ਉਹਨਾਂ ਦੇ ਅੱਗੇ ਘੋੜਾ ਰਘੂਜੀਤ ਸਿੰਘ ਵਿਰਕ ਅੱਗੇ ਆ ਗਿਆ, ਜਿਹੜਾ ਮੇਰਾ ਚੋਣ ਨਿਸ਼ਾਨ ਸੀ, ਅਤੇ ਟਰੈਕਟਰ ਉਹਨਾਂ ਮੇਰੇ ਅੱਗੇ ਕਰਤਾ। ਕਰਨਾਲ ਅਤੇ ਪਾਣੀਪਤ ਦੀ ਚੋਣ ਹੁੰਦੀ ਰਹੀ, ਚੋਣ ਸਟਾਰਟ ਹੋਈ ਜਿਸ ਟਾਈਮ 9 ਵਜੇ, ਅਤੇ ਰੋਹਤਕ ਤਿੰਨਾਂ ਡਿਸਟ੍ਰਿਕਟਾਂ 'ਚ ਰੌਲਾ ਪੈ ਗਿਆ ਵੀ ਆਪਾਂ ਵੋਟ ਚੁਣਾਵ ਨਿਸ਼ਾਨ 'ਤੇ ਪਾਈਏ ਜਾਂ ਨਾਮ 'ਤੇ ਪਾਈਏ। ਉੱਥੇ ਕਨਫਿਊਜ਼ ਹੋ ਗਏ, ਅਤੇ ਇਸ ਕਰਕੇ ਉੱਥੇ ਫਿਰ DC ਸਾਹਿਬ ਨੂੰ ਉਹਨਾਂ ਬੁਲਾਇਆ, ਅਤੇ ਤਿੰਨਾਂ ਜ਼ਿਲ੍ਹਿਆਂ 'ਚ ਜਿਹੜਾ ਸੀ ਉੱਥੇ ਇਲੈਕਸ਼ਨ ਰੋਕ ਦਿੱਤਾ ਗਿਆ 9 ਵਜੇ। ਇੱਥੇ ਇਲੈਕਸ਼ਨ ਹੁੰਦਾ ਰਿਹਾ, ਸ਼ਾਮ ਤੱਕ ਇਲੈਕਸ਼ਨ ਚੱਲਿਆ। ਮੈਂ 2 ਜ਼ਿਲ੍ਹਿਆਂ 'ਚੋਂ 3700 ਵੋਟਾਂ 'ਤੇ ਰਘੂਜੀਤ ਨਾਲੋਂ ਅੱਗੇ ਨਿਕਲ ਗਿਆ। ਇਹ ਆਰਡਰ ਹੋ ਗਿਆ ਸ਼ਾਮ ਨੂੰ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਕਿ ਤਿੰਨਾਂ ਡਿਸਟ੍ਰਿਕਟਾਂ 'ਚ ਡਿਸਪਿਊਟ ਹੋ ਗਿਆ, ਅਤੇ ਇਸ ਕਰਕੇ ਉਹਨਾਂ ਤਿੰਨਾਂ ਜ਼ਿਲ੍ਹਿਆਂ ਦਾ ਇਲੈਕਸ਼ਨ ਦੁਬਾਰਾ 8 ਦਿਨ ਬਾਅਦ ਕੀਤਾ ਜਾਏਗਾ। ਅਸੀਂ ਕੰਪੇਨ ਵਾਸਤੇ ਚਲੇ ਗਏ, ਅਤੇ ਉੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇਸ ਟਾਈਮ ਹਿੱਤ ਸਾਹਿਬ ਹੁੰਦੇ ਸਨ, ਉਹ ਵੀ ਆਪਣੀ ਟੀਮ ਲੈ ਕੇ ਪਹੁੰਚ ਗਏ, ਅਸੀਂ ਪਹੁੰਚ ਗਏ। ਪਰ ਜਦੋਂ ਉਹਨਾਂ ਨੇ ਵੇਖਿਆ ਕਿ ਇੱਥੇ 5,000 ਵੋਟਾਂ ਨੇ, 3700 ਵੋਟਾਂ 'ਤੇ ਝੀਂਡਾ ਲੀਡ ਕਰ ਰਿਹਾ ਪਿਛਲੇ ਦੋਵਾਂ 'ਚ, ਇਹ ਸਾਰੀਆਂ ਵੀ ਵੋਟਾਂ ਇਹਨੂੰ ਪੈ ਜਾਣ, 60% ਤੋਂ ਉੱਤੇ ਵੋਟਾਂ ਪੋਲ ਨਹੀਂ ਹੁੰਦੀਆਂ, ਸ਼ਹਿਰੀ ਵੋਟਾਂ ਨੇ, ਉਹ ਇੰਟਰਸਟ ਨਹੀਂ ਰੱਖਦੇ, ਸਾਰੀਆਂ ਹੀ ਵੋਟਾਂ ਪੈ ਜਾਣ ਤਾਂ ਵੀ ਝੀਂਡਾ ਸਾਹਿਬ ਜਿੱਤਣਗੇ। ਉਹਨਾਂ ਬਾਦਲ ਸਾਹਿਬ ਨੂੰ ਰਿਪੋਰਟ ਕੀਤੀ ਦੂਜੇ ਦਿਨ ਵੀ ਝੀਂਡਾ ਸਾਹਿਬ ਦਾ ਇਲੈਕਸ਼ਨ ਹਰਨਾ ਹੁਣ ਬੜੀ ਮੁਸ਼ਕਲ ਹੈ। ਉਹਨਾਂ ਇਲੈਕਸ਼ਨ ਕਮਿਸ਼ਨ ਦੇ ਚੇਅਰਮੈਨ ਹੁੰਦੇ ਸਨ ਸਰਦਾਰ, ਮੈਨੂੰ ਯਾਦ ਨਹੀਂ ਰਿਹਾ, ਕੋਈ ਬਿਮਾਰ ਹੋਣ ਕੇ ਕੱਲ੍ਹ ਮੈਂ ਭੁੱਲ ਰਿਹਾ, ਵੀ ਚੇਅਰਮੈਨ ਸਾਹਿਬ ਉਹ ਬਾਦਲ ਸਾਹਿਬ ਦੇ ਰਿਸ਼ਤੇਦਾਰ ਪੈਂਦੇ ਸਨ। ਉਹ ਰਿਟਾਇਰ ਜੱਜ ਸਨ। ਉਹਨਾਂ ਕੋਲੋਂ ਇਹਨਾਂ ਇਹ ਕੁਆ ਦਿੱਤਾ ਕਿ ਨਹੀਂ, ਇਹ ਤਿੰਨਾਂ ਡਿਸਟ੍ਰਿਕਟਾਂ ਦੀ ਚੋਣ ਨਹੀਂ ਹੋਵੇਗੀ, ਸਾਰੇ ਕਰਨਾਲ ਕੌਂਸਟੀਚੂਸ਼ਨ ਦੀ ਚੋਣ ਦੁਬਾਰਾ ਹੋਵੇਗੀ, ਜਿਹੜੀ ਬਿਲਕੁਲ ਇਲੀਗਲ ਸੀ। ਹੁੰਦਾ ਹੀ ਨਹੀਂ ਇਸ ਦਾ। ਜਿੱਥੇ ਡਿਸਪਿਊਟ ਪੈਦਾ ਹੁੰਦਾ ਹੈ, ਉਸ ਇੱਕ ਬੂਥ ਦੇ ਇਲੈਕਸ਼ਨ ਹੁੰਦੇ। ਇਹ ਜੋ ਗੱਲਾਂ ਸਿਆਸਤ ਵਿੱਚ ਹੁੰਦੀਆਂ ਨੇ, ਗੁਰਦੁਆਰੇ ਦੀ ਸੰਭਾਲ ਵਿੱਚ ਤਾਂ ਸੇਵਾ ਹੀ ਹੁੰਦੀ ਹੈਗੀ ਹੈ, ਬਟ ਕੀ ਹੁਣ ਸਾਡੇ ਜਿਹੜੇ ਗੁਰਦੁਆਰਿਆਂ ਦੀ ਸੰਭਾਲ ਹੈ ਉਹਦੇ ਵਿੱਚ ਸੇਵਾ ਹੁੰਦੀ ਸੀਗੀ ਕਿ ਇਹ ਗੋਲਕ ਤੇ ਜਿਹੜੇ ਸਾਡੀ ਅਸੀਂ ਆਪਣੀ ਸ਼ਰਧਾ ਪਾਉਂਦੇ ਉਹਦੀ ਲੜਾਈ ਸੀ? ਮੈਡਮ ਜੀ, ਮੈਂ ਤੁਹਾਨੂੰ ਇਸੇ ਗੱਲ 'ਤੇ ਲਿਆ ਰਿਹਾ ਕਿ ਧਾਰਮਿਕ ਇਲੈਕਸ਼ਨ ਹੀ ਗੁਰੂ ਘਰ ਦੀ ਸੇਵਾ ਕਰਨੀ ਸੀ, ਅਤੇ ਉਹਨਾਂ ਇਲੈਕਸ਼ਨ ਸਾਰੀ ਕਰਤੀ ਵੀ ਸਾਡਾ ਕੈਂਡੀਡੇਟ ਜਿੱਤਣਾ ਚਾਹੀਦਾ। ਜਦੋਂ ਉਹਨਾਂ ਸਾਰੀ ਇਲੈਕਸ਼ਨ ਕਮਿਸ਼ਨ ਨੇ ਕਹਿ ਦਿੱਤਾ ਵੀ ਸਾਰੇ 5 ਡਿਸਟ੍ਰਿਕਟਾਂ ਦੀ ਚੋਣ ਦੁਬਾਰਾ ਹੋਵੇਗੀ, ਅਤੇ ਅਸੀਂ ਇਲੈਕਸ਼ਨ ਕਮਿਸ਼ਨਰ ਕੋਲ ਚੰਡੀਗੜ੍ਹ ਪਹੁੰਚੇ, ਅਤੇ ਉਹ ਸਾਨੂੰ ਵੜਦੇ ਹੀ ਕਹਿਣ ਲੱਗਾ ਵੀ ਆਓ ਕਿਸ ਤਰ੍ਹਾਂ ਆਏ ਹੋ।
ਆ ਗਿਆ ਜੀ ਇਲੈਕਸ਼ਨ ਹੈ ਤੇ ਤੁਸੀਂ ਇਲੀਗਲ ਕਰਵਾਓਗੇ ਜੇ ਸਾਰੇ ਹਲਕੇ ਦੀ ਕਰਵਾਓਗੇ, ਉਹਨਾਂ ਤਿੰਨਾਂ ਜ਼ਿਲ੍ਹਿਆਂ ਦੀ ਕਰਾ ਕੇ ਵੇਖ ਲਓ। ਉਹ ਕਹਿਣ ਲੱਗੇ ਜੀ ਵਨ ਮੈਨ ਪਾਵਰ ਆ, ਮੈਂ ਮੇਰੀ ਅਥਾਰਟੀ ਹੈ ਤੁਹਾਡੇ ਕੋਲ, ਮੈਂ ਫੈਸਲਾ ਕਰ ਲਿਆ, ਤੁਸੀਂ ਆਪਣਾ ਹਾਈ ਕੋਰਟ 'ਚ ਆ ਸਕਦੇ ਹੋ। ਅਸੀਂ ਉੱਥੋਂ ਜਵਾਬ ਲੈ ਕੇ ਪਰਤੇ। ਅਸਾਂ ਸੰਗਤਾਂ ਇਕੱਠੀਆਂ ਕੀਤੀਆਂ ਡੇਰਾ ਕਾਰ ਸੇਵਾ ਕਰਨਾਲ, 3-4 ਹਜ਼ਾਰ ਲੋਕ ਇਕੱਠੇ ਹੋਏ ਉੱਥੇ ਵੀ ਕੀ ਕਰਨਾ ਹੈ। ਉੱਥੇ ਬਾਦਲ ਸਾਹਿਬ ਤੇ ਸਾਰੇ 150 ਗੱਡੀ ਲੈ ਕੇ ਬਾਦਲ ਸਾਹਿਬ ਉੱਥੇ ਪਹੁੰਚ ਗਏ। ਟੌੜਾ ਸਾਹਿਬ, ਬੀਬੀ ਜਗੀਰ ਕੌਰ, ਚੰਦੂ ਮਾਜਰਾ, ਹੋਰ ਪੁਰਾਣੇ ਲੀਡਰ ਵਲਟੋਇਆ, ਸਾਰੇ ਉਹ ਉਹਨਾਂ ਦੇ ਪੁਰਾਣੀ ਲੀਡਰਸ਼ਿਪ ਉੱਥੇ ਪਹੁੰਚ ਗਈ। ਉੱਥੇ ਡਿਸਕਸ ਹੋਣ ਲੱਗੀ ਵੀ ਹੁਣ ਆਪਾਂ ਕਰਨਾ ਕੀ ਹੈ। ਉੱਥੇ ਅਸਾਂ 3000 ਬੰਦੇ ਵਿੱਚੋਂ ਬਾਦਲ ਸਾਹਿਬ ਕਹਿਣ ਲੱਗੇ ਵੀ ਹੁਣ ਤੁਹਾਡੀ ਕੀ ਅੱਗੇ, ਆਪਾਂ ਰਲ ਕੇ ਚੱਲੀਏ। ਚਲੋ ਅਸੀਂ ਚਲੋ ਅਸਾਂ 11 ਮੈਂਬਰੀ ਕਮੇਟੀ ਬਣਾ ਦਿੱਤੀ ਅਤੇ ਬਾਦਲ ਸਾਹਿਬ ਨੇ ਚੌਧਰੀ ਦੇਵੀ ਲਾਲ ਵੀ ਉਦੋਂ ਜਿੰਦੇ ਹੁੰਦੇ ਸਨ। ਚੌਧਰੀ ਦੇਵੀ ਲਾਲ ਦਾ ਜਵਾਈ ਸੀ ਚੌਧਰੀ ਮਹਿੰਦਰ ਸਿੰਘ ਲਾਠਰ ਕਰਨਾਲ ਵਿੱਚ। ਬਾਦਲ ਸਾਹਿਬ ਉਹਦੇ ਘਰ ਗਏ ਕਿ ਝਿੰਡਾ ਸਾਹਿਬ ਨੂੰ ਜਿਸ ਤਰ੍ਹਾਂ ਮਰਜ਼ੀ ਮਨਾਓ ਅਤੇ ਉਹ ਉਹਨਾਂ ਨਾਲ ਗੱਲ ਕਰੋ। ਲਾਠਰ ਸਾਹਿਬ ਨੇ ਮੈਨੂੰ ਸੱਦਿਆ ਕੋਠੀ ਅਤੇ ਉਹ ਕਹਿਣ ਲੱਗੇ ਝਿੰਡਾ ਸਾਹਿਬ ਬਾਦਲ ਸਾਹਿਬ ਮੇਰੇ ਘਰ ਆਏ ਸਨ, ਉਹ ਕਹਿੰਦੇ ਹਨ ਆਪਾਂ ਸਮਝੌਤਾ ਕਰ ਲਈਏ। ਮੈਂ ਕਿਹਾ ਦੱਸੋ ਕਿਉਂ ਸਮਝੌਤਾ ਚਾਹੀਦਾ। ਕਹਿਣ ਲੱਗੇ ਜੀ ਉਹ ਕਹਿੰਦੇ ਨੇ ਝਿੰਡਾ ਸਾਹਿਬ ਨੂੰ ਨੋਮੀਨੇਟ ਮੈਂਬਰ ਕਰਾਂਗੇ। ਮੈਂ ਲਾਠਰ ਸਾਹਿਬ ਇਹ ਨਹੀਂ ਹੋ ਸਕਦਾ, ਜਿੱਤਿਆ ਮੈਂ ਹਾਂ, ਮੈਨੂੰ ਇਲੈਕਟਿਡ ਕਰ ਦੇਣ। ਇਹਨਾਂ ਦਾ ਹਾਊਸ ਸਾਰਾ ਜਿੱਤ ਗਿਆ, ਮਾਨ ਸਾਹਿਬ ਦੇ ਤੇ ਕੇਵਲ 8 ਬੰਦੇ ਜਿੱਤੇ ਨੇ, ਸਾਰਾ ਹਾਊਸ ਇਹਨਾਂ ਦਾ। ਇਹ ਉਹਨੂੰ ਨੋਮੀਨੇਟ ਕਰ ਲੈਣ ਅਤੇ ਮੈਂ ਇਲੈਕਟਿਡ ਹਾਂ, ਮੈਂ ਨਹੀਂ ਨੋਮੀਨੇਟ ਹੋਵਾਂਗਾ। ਮੈਂ ਤਾਂ ਇਲੈਕਟਿਡ ਮੰਨਿਆ, ਜੇ ਇਲੈਕਟਿਡ ਮੰਨਦੇ ਨੇ ਠੀਕ ਹੈ, ਨਹੀਂ ਤਾਂ ਆਪਣਾ ਇਹ ਠੀਕ ਹੈ ਵਧੀਆ। ਮੈਂ 11 ਮੈਂਬਰੀ ਕਮੇਟੀ ਬਣਾਤੀ, ਉਹ ਜੋ ਫੈਸਲਾ ਕਰੇਗੀ। ਇਹ ਗੱਲ ਨਹੀਂ ਮੰਨੇ ਉਹ ਕਹਿਣ ਲੱਗੇ ਨਹੀਂ ਤੁਹਾਨੂੰ ਅਸੀਂ ਨੋਮੀਨੇਟ ਕਰ ਸਕਦੇ, ਇਲੈਕਟਿਡ ਨਹੀਂ ਤੁਹਾਨੂੰ ਕਰ ਸਕਦੇ। ਉੱਥੇ ਫਿਰ ਅਸੀਂ 11 ਮੈਂਬਰੀ ਕਮੇਟੀ ਵੀ ਸਾਡਾ ਸਮਝੌਤਾ ਨਹੀਂ ਹੋ ਸਕਿਆ। ਉਹ 11 ਕਮੇਟੀ ਨੇ ਫੈਸਲਾ ਕਰ ਲਿਆ ਵੀ ਹੁਣ ਇੱਥੇ ਲੜਾਈ ਝਗੜਾ ਹੋਵੇਗਾ ਜੇ ਦੁਬਾਰਾ ਇਲੈਕਸ਼ਨ ਹੋਵੇ। ਉੱਥੋਂ ਫਾਰਗ ਹੋ ਗਿਆ ਕਿ ਇਹਨੇ SGPC ਤੋਂ ਪੰਜਾਬ ਦੀ ਸਾਰੀ ਲੀਡਰਸ਼ਿਪ ਇੱਥੇ ਆ ਗਈ। ਤੁਹਾਡੇ ਕੋਲ ਮਾਨ ਦੀ ਟਿਕਟ ਹੈ, ਮਾਨ ਉਦੋਂ ਗਰਮ ਦਲੀਏ ਖਾਲਿਸਤਾਨ ਦੇ ਸਮਰਥਕ ਮੰਨੇ ਜਾਂਦੇ ਹਨ, ਉਹ ਵੀ ਆਉਣਗੇ ਇਹ ਵੀ ਆਉਣਗੇ ਅਤੇ ਇੱਥੇ ਲੜਾਈ ਝਗੜਾ ਹੋਵੇਗਾ। ਇਸ ਕਰਕੇ ਜੇ ਧੱਕਾ ਕਰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਆਪਾਂ ਇਲੈਕਸ਼ਨ ਦਾ ਬਾਈਕਾਟ ਕਰ ਰਹੇ, ਆਪਾਂ ਹਰਿਆਣਾ 'ਚ ਖੂਨ ਖਰਾਬਾ ਨਹੀਂ ਹੋਣ ਦੇਣਾ। ਚੰਗਾ ਫੈਸਲਾ ਸੀ 11 ਮੈਂਬਰੀ ਕਮੇਟੀ ਦਾ, ਅਸਾਂ ਇਲੈਕਸ਼ਨ ਬਾਈਕਾਟ ਕਰਤਾ। ਪਰ ਇਲੈਕਸ਼ਨ ਬਾਈਕਾਟ ਕਰਨ ਦੇ ਬਾਵਜੂਦ ਵੀ ਬਾਦਲ ਸਾਹਿਬ ਇਹ ਗੱਲ ਕਹਿੰਦੇ ਰਹੇ ਆਪਣੇ ਵਰਕਰਾਂ ਨੂੰ, ਝਿੰਡਾ ਸਾਹਿਬ ਕਦੀ ਵੀ ਇਲੈਕਸ਼ਨ ਦਾ ਬਾਈਕਾਟ ਨਹੀਂ ਕਰਨਗੇ, ਅਖੀਰਲੇ ਦਿਨ ਵੀ ਡਿਕਲੇਅਰ ਕਰ ਦਿੱਤਾ ਤਾਂ ਸਾਡੇ ਵਾਸਤੇ ਮੁਸ਼ਕਲ ਪੈਦਾ ਹੋ ਰਹੀ ਹੈ ਵੀ ਜ਼ੋਰ ਲਾ ਦਿਓ ਸਾਰਾ। 150 ਗੱਡੀ ਸਾਰੇ 54 ਜ਼ਿਲ੍ਹਿਆਂ 'ਚ ਪੂਰਾ ਜ਼ੋਰ ਲਾਉਂਦੀ ਰਹੀ। ਪਰ ਅਸੀਂ ਤਾਂ ਫੈਸਲਾ ਕਰ ਲਿਆ ਸੀ। ਅਸਾਂ ਨੇ ਪਰਮਾਤਮਾ ਦੀ ਕਿਰਪਾ ਹੋਈ, ਜਿੰਨੇ ਸਰਦਾਰ ਰਘੂਜੀਤ ਵਿਰਕ ਨੂੰ ਪਹਿਲੀ ਵਾਰੀ ਵੋਟਾਂ ਮਿਲੀਆਂ ਉਨੀਆਂ ਹੀ ਵੋਟਾਂ ਉਹਨੂੰ ਪਈਆਂ, ਇੱਕ ਵੀ ਵੋਟ ਉਹਨੂੰ ਵੱਧ ਨਹੀਂ ਮਿਲ ਸਕੀ। ਅਤੇ ਇਸ ਕਰਕੇ ਉਦੋਂ ਸਾਡੇ ਨਾਲ ਧੱਕਾ ਹੋਇਆ ਅਤੇ ਸਾਡੇ ਸਾਰੇ ਹਰਿਆਣੇ ਦੇ ਵਿੱਚ ਇਹ ਗੱਲ ਫੈਲੀ ਵੀ ਸਾਡਾ ਇੱਕ ਹੀ ਮੁੰਡਾ ਜਿੱਤਿਆ ਸੀ। ਮੇਰੀ 40 ਸਾਲ ਦੀ ਉਮਰ ਸੀ, ਨੌਜਵਾਨ ਸਾਂ ਮੈਂ, ਕਾਲੀ ਮੇਰੀ ਦਾੜੀ ਸੀ। ਉਹ ਕਹਿਣ ਲੱਗੇ ਸਾਡਾ ਇੱਕ ਹੀ ਮੁੰਡਾ ਜਿੱਤਿਆ ਸੀ ਅਤੇ ਇਹਨਾਂ ਨੂੰ ਪੰਜਾਬ ਵਾਲੇ ਨੂੰ ਉਹ ਵੀ ਬਰਦਾਸ਼ਤ ਨਹੀਂ ਹੋਇਆ। ਉਸੇ ਟਾਈਮ ਹੀ ਇਹ ਮੁੱਢ ਬਣ ਗਿਆ ਵੀ ਆਪਾਂ ਨੂੰ ਵੱਖਰਿਆਂ ਹੋ ਜਾਣਾ ਚਾਹੀਦਾ। ਉੱਥੋਂ ਮੁੱਢ ਵੱਜਾ ਅਤੇ 2000 ਵਿੱਚ ਅਸਾਂ ਫਿਰ ਫੈਸਲਾ ਕੁਰੂਕਸ਼ੇਤਰ ਦੇ ਮੀਟਿੰਗ ਕਰ ਲਿਆ ਵੀ ਇਹ ਕੁਝ ਡਿਸਕ੍ਰਿਮੀਨੇਸ਼ਨ, ਕੁਝ ਸਾਡੇ ਸਕੂਲਾਂ ਸਾਰਾ ਪੈਸਾ ਉੱਥੇ ਜਾਣਾ, ਗੁਰੂ ਘਰਾਂ ਦਾ ਗੋਲਕਾਂ ਉੱਥੇ ਜਾਣੀਆਂ। ਉਦੋਂ ਪੰਜਾਬ ਦੇ ਸਾਰੇ 70% ਜਿਹੜੇ ਮੁਲਾਜ਼ਮ ਸਨ ਹਰਿਆਣੇ ਪੰਜਾਬ ਦੇ ਸਨ, ਨਾ ਸਾਡੇ ਮੁਲਾਜ਼ਮ ਲੱਗਣੇ, ਨਾ ਹੈਲਥ ਵਾਸਤੇ ਹਸਪੀਟਲ ਇੱਥੇ ਬਣਾਏ ਗਏ, ਜਦੋਂ ਕਿ ਕਈ ਅਦਾਰੇ ਸ਼੍ਰੋਮਣੀ ਕਮੇਟੀ ਦੇ ਪੰਜਾਬ ਵਿੱਚ ਚੱਲਦੇ ਨੇ, ਨਾ ਹੀ ਐਜੂਕੇਸ਼ਨ ਸੈਂਟਰ ਖੋਲ੍ਹੇ ਗਏ। ਹੁੰਦਾ ਤੇ ਕਿ ਪੰਜਾਬ ਵਿੱਚ ਤਾਂ ਅਕਾਲੀ ਦਲ ਦੀ ਸਰਕਾਰ ਸੀ, ਉਹ ਤਾਂ ਸਰਕਾਰ ਵੱਲੋਂ ਬੜੇ ਅਦਾਰੇ ਬਣਾ ਸਕਦੇ ਨੇ। ਅਸੀਂ ਘੱਟ ਗਿਣਤੀ ਦੇ ਲੋਕ ਸਾਂ, ਜ਼ਰੂਰਤ ਸਾਨੂੰ ਸੀ ਬਿਲਕੁਲ ਇੱਥੇ, ਪਰ ਉਹਨਾਂ ਸਾਡੇ ਵੱਲ ਨਹੀਂ ਧਿਆਨ ਦਿੱਤਾ। ਉਹਨਾਂ ਤੇ ਆਪਣੀਆਂ ਵੋਟਾਂ ਪੱਕੀਆਂ ਕਰਦੇ ਰਹੇ। ਮੈਂ ਕਹਿੰਦਾ ਧਰਮ ਦੀ ਰਾਜਨੀਤੀ ਦੇ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਨੇ ਧਰਮ ਦਾ ਝੰਡਾ ਨਿਸ਼ਾਨ ਸਾਹਿਬ ਉੱਤੇ ਤੇ ਰਾਜਨੀਤੀ ਦਾ ਥੱਲੇ ਰੱਖਿਆ ਹੈ ਨਾ, ਪਰ ਬਾਦਲ ਸਾਹਿਬ ਨੇ ਤੇ ਆਪਣੇ ਪੈਰਾਂ 'ਚ ਰੋੜ ਕੇ ਰੱਖ ਦਿੱਤਾ ਧਰਮ ਨੂੰ, ਰਾਜਨੀਤੀ ਨੂੰ ਸਿਰ 'ਤੇ ਚੁੱਕੀ ਰਹੇ। ਇਸੇ ਹੀ ਬਦੌਲਤ ਇਹ ਜਿਹੜਾ ਹੈ ਉਹ ਸਾਰਾ ਪੈਸਾ ਉੱਥੇ ਪੰਜਾਬ ਵਿੱਚ। ਜੀ ਤੁਸੀਂ ਜਿਹੜੀ ਲੜਾਈ ਹੈ ਤੁਸੀਂ ਬਾਦਲ ਸਾਹਿਬ ਦੀ ਸੋਚ ਨਾਲ ਹੈ ਜ਼ਿਆਦਾ, ਮੈਨੂੰ ਜੋ ਸਮਝ ਆਉਂਦਾ ਹੈਗਾ ਕਿ ਬਾਦਲ ਸਾਹਿਬ ਨੇ ਕੁਝ ਇਹੋ ਜਿਹੇ ਕੰਮ ਕਰਨ ਦੇ ਸ਼ੁਰੂ ਕੀਤੇ ਜਿਹਦੇ ਨਾਲ ਹਰਿਆਣੇ ਸਿੱਖਾਂ ਨੂੰ ਨੁਕਸਾਨ ਹੋ ਰਿਹਾ ਸੀ। ਪਰ ਜਿਹੜਾ ਵੱਡਾ ਮੁੱਦਾ ਹੈ ਕਿ ਜੋ ਸਾਡੇ ਸੰਸਥਾ ਵਿੱਚ ਬਦਲਾਵ ਆਉਣਾ ਚਾਹੀਦਾ ਹੈਗਾ, ਕਿਉਂਕਿ ਜਿਵੇਂ ਤੁਸੀਂ ਕਹਿੰਦੇ ਹੋ ਕਿ ਵੀ ਜੋ ਗੋਲਕ ਦਾ ਧਨ ਹੈ ਉਹ ਗਰੀਬ ਲਈ ਹੁੰਦਾ ਹੈਗਾ। ਉਹ ਹਰਿਆਣਾ ਜਿਹੜੇ ਘੱਟ ਗਿਣਤੀ ਸਿੱਖ ਬੈਠੇ ਸੀ, ਬੱਚਿਆਂ ਨੇ ਸਕੂਲਾਂ ਹਸਪਤਾਲ ਜਿਵੇਂ ਤੁਸੀਂ ਕਹਿੰਦੇ ਹੋ, ਪਰ ਜਿਹੜੀ ਤੁਹਾਡੀ ਲੜਾਈ ਤੁਹਾਡੀ ਜਿੱਤ ਹੈ, ਬਟ ਸਿੱਖ ਪੰਥ ਲਈ ਹਾਰ ਨਹੀਂ ਹੈ। ਕਿਉਂਕਿ ਜੇ ਅਸੀਂ ਅੱਜ ਜਿਵੇਂ ਕਿਹਾ ਜਾ ਰਿਹਾ, ਜਿਵੇਂ ਅਕਾਲੀ ਦਲ ਦੀ ਮੈਂ ਗੱਲ ਕਹਿੰਦੀ, ਉਹ ਕਹਿੰਦੇ ਵੀ ਇਹ ਤਾਂ 84 ਤੋਂ ਵੀ ਵੱਡਾ ਕਾਂਡ ਹੋ ਗਿਆ ਸਾਡੇ ਨਾਲ। ਮੈਡਮ ਮੈਂ ਇਹ ਗੱਲ ਕਹਿਣਾ ਚਾਹਾਂਗਾ ਅਤੇ ਸਾਰੀ ਵਰਲਡ ਦੇ ਸਿੱਖਾਂ ਨੂੰ ਇਹ ਗੱਲ ਕਹਿਣਾ ਚਾਹਾਂਗਾ ਕਿ ਉਦੋਂ ਵੀ ਸਾਡੇ 'ਤੇ ਇਲਜ਼ਾਮ ਲੱਗਦੇ ਰਹੇ ਵੀ ਇਹ ਅਕਾਲ ਤਖਤ ਸਾਹਿਬ ਤੋਂ ਟੁੱਟ ਜਾਣਗੇ,
ਮੈਂ ਦੁਨੀਆ ਭਰ ਦੇ ਸਿੱਖਾਂ ਕੋਲੋਂ ਪੁੱਛਣਾ ਚਾਹੁੰਦਾ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਹੈ, ਉਹ ਅਕਾਲ ਤਖਤ ਸਾਹਿਬ ਨੂੰ ਨਹੀਂ ਮੰਨਦੀ। 5 ਤਖਤ ਨੇ, ਸਾਰੀ ਦੁਨੀਆ ਦੇ ਵਿੱਚ ਸਿੱਖ ਜਿਹੜੇ ਨੇ 5 ਤਖਤਾਂ ਨੂੰ ਨਹੀਂ ਮੰਨਦੇ। ਚਾਹੇ ਉਹ ਇਹ ਠੀਕ ਹੈ ਕਿ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਪੰਜਾਬ ਦੇ ਵਿੱਚ ਨੇ, ਉਹ ਵੱਖਰੀ ਗੱਲ ਹੈ। ਕਿਤੇ ਹੋਰ ਵੀ ਅਕਾਲ ਤਖਤ ਜੇ ਹੁੰਦੇ ਤੇ ਦੁਨੀਆ ਭਰ ਦੇ, ਕਿਉਂਕਿ ਦੁਨੀਆ ਦੇ ਵਿੱਚ ਇੱਕੋ ਅਕਾਲ ਤਖਤ ਤੇ ਸਾਡਾ ਜੁਡੀਸ਼ਰੀ ਸੁਪਰੀਮੋ ਅਕਾਲ ਤਖਤ, ਉਹਦੇ ਨਾਲ ਕੋਈ ਸਿੱਖ ਟੁੱਟ ਹੀ ਨਹੀਂ ਸਕਦਾ। ਦਿੱਲੀ ਕਮੇਟੀ ਦੇ ਪਰਮਜੀਤ ਸਿੰਘ ਸਰਨਾ ਨੂੰ ਇਹਨਾਂ ਸੱਦਿਆ, ਉਹ ਉੱਥੇ ਹਾਜ਼ਰ ਹੋਏ, ਮੈਨੂੰ ਸੱਦਿਆ, ਮੈਂ ਗਿਆ, ਤੇ ਉੱਥੇ ਇਹ ਜਿਹੜੀਆਂ ਟੁੱਟਣ ਵਾਲੀਆਂ ਗੱਲਾਂ ਨੇ ਇੱਕ ਗਹਿਰੀ ਸਾਜ਼ਿਸ਼ ਦੇ ਰੂਪ ਵਿੱਚ ਲੋਕਾਂ ਸੰਗਤ ਨੂੰ ਗੁੰਮਰਾਹ ਕਰਨ ਵਾਲੀਆਂ ਗੱਲਾਂ ਸਨ। ਸੋ ਜਿਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਦੇ ਵਿੱਚ ਜਿਹੜੇ ਮੈਂਬਰ ਨੇ ਸਾਰੇ ਤਖਤਾਂ ਦੇ ਜਿਹੜੇ ਜਥੇਦਾਰ ਨੇ ਉਹ ਵੀ ਹੋਣਗੇ, ਤੁਸੀਂ ਵੀ ਉਸੇ ਤਰ੍ਹਾਂ ਸਿਸਟਮ ਰੱਖੋਗੇ? ਇਸ ਤਰ੍ਹਾਂ ਜੀ, ਮੈਂ ਇਹੀ ਤਾਂ ਗੱਲ ਕਹਿ ਰਿਹਾ ਵਾਂ। ਇਹ ਕਹਿੰਦੇ ਨੇ ਕਿ ਪੰਥ ਖਤਰੇ ਵਿੱਚ ਹੈ, ਬਾਦਲ ਸਾਹਿਬ ਕਹਿ ਰਹੇ ਨੇ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਕਹਿ ਰਹੇ ਨੇ ਪੰਥ ਖਤਰੇ 'ਚ, ਪੰਥ ਟੁੱਟ ਗਿਆ, ਪੰਥ ਦੁਫਾੜ ਹੋ ਗਿਆ, ਸਿੱਖ ਦੁਫਾੜ ਹੋ ਗਏ। ਮੈਂ ਸਰਦਾਰ ਸੁਖਬੀਰ ਸਾਹਿਬ ਬਾਦਲ ਨੂੰ ਪੁੱਛਣਾ, ਪੰਥ ਰਹਿਣ ਕਿੱਥੇ ਦਿੱਤਾ ਤੁਸੀਂ? ਪੰਥ ਰਿਹਾ ਹੀ ਨਹੀਂ। ਪੰਥ ਦੇ ਨਾ ਸਿੱਖੀ ਰਹਿਣ ਦਿੱਤੀ, ਨਾ ਸਿੱਖ ਰਹਿਣ ਦਿੱਤੇ, ਨਾ ਪੰਥ ਰਹਿਣ ਦਿੱਤਾ, ਨਾ ਅਕਾਲ ਤਖਤ ਸਾਹਿਬ ਰਹਿਣ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਸੀਂ ਆਪਣਾ ਕਬਜ਼ਾ ਕਰਕੇ ਬਹਿ ਗਏ। ਅੱਧੀ ਰਾਤੀ ਰਾਮੂਵਾਲੀਆ ਸਾਹਿਬ ਕਹਿ ਰਹੇ ਨੇ ਕਿ ਝਿੰਡਾ ਸਾਹਿਬ ਤੁਹਾਨੂੰ ਅੱਧੀ ਰਾਤੀ ਰਾਤ ਦੇ 12 ਵਜੇ ਬਰਖਾਸਤ ਕੀਤਾ ਗਿਆ ਸਿੱਖ ਕੌਮ ਤੋਂ। ਅਤੇ ਰਾਮੂਵਾਲ ਸਾਹਿਬ ਵੀ ਕਹਿੰਦੇ ਨੇ, ਮੈਂ ਵੀ ਦਾਅਵੇ ਨਾਲ ਕਹਿਣਾ ਵਾਂ, ਸਰਦਾਰ ਸੁਖਬੀਰ ਸਿੰਘ ਬਾਦਲ ਸਾਡੇ ਪੂਰਵਜ ਨਨਕਾਣੇ ਸਾਹਿਬ ਦੀ ਧਰਤੀ 'ਤੇ ਅਸੀਂ ਪੰਜਾਬ ਵਿੱਚੋਂ ਆਏ। ਨਨਕਾਣਾ ਸਾਹਿਬ ਸਾਡੇ ਸੱਚਾ ਸੌਦਾ ਨਨਕਾਣਾ ਸਾਹਿਬ ਦੇ ਕੋਲ ਸਾਡਾ ਪਿੰਡ ਸੀ। ਸਾਡੇ ਬਜ਼ੁਰਗ ਅੰਮ੍ਰਿਤਧਾਰੀ ਸਨ, ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਕੀਤੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਤੁਸੀਂ ਕਿਤੇ ਜਾ ਕੇ ਕਿਤੇ ਕੁਰਬਾਨੀਆਂ ਕੀਤੀਆਂ? ਨਨਕਾਣਾ ਸਾਹਿਬ ਕੁਰਬਾਨੀਆਂ ਕਰਨ ਵਾਲੇ ਅਸੀਂ ਹਾਂ। ਝੱਬਰ ਸਾਹਿਬ ਜਿਨ੍ਹਾਂ ਚਾਬੀਆਂ ਲਈਆਂ ਉਹ ਸਾਡੇ ਭਰਾ ਨੇ, ਸਾਡੇ ਬਰਾਦਰੀ ਦੇ ਵਿੱਚੋਂ ਨੇ। ਝੱਬਰ ਸਾਹਿਬ ਵਿਰਕ ਨੇ, ਅਸੀਂ ਵੀ ਵਿਰਕ ਹਾਂ, ਉਹ ਵੀ ਵਿਰਕ ਨੇ, ਚਾਬੀਆਂ ਤੇ ਉਹਨਾਂ ਲਈਆਂ। ਅਤੇ ਅੱਜ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਲਕ ਕਿਸ ਤਰ੍ਹਾਂ ਬਣ ਗਏ? ਤੁਸੀਂ ਮਾਲਕ ਨਹੀਂ ਬਣੇ, ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਯੂਜ਼ ਕਰਨ ਵਾਸਤੇ, ਉਹਦੇ ਧਨ ਨੂੰ ਯੂਜ਼ ਕਰਨ ਵਾਸਤੇ, ਉਹਦੀ ਪਾਵਰ ਨੂੰ ਯੂਜ਼ ਕਰਨ ਵਾਸਤੇ ਵੋਟ ਅਤੇ ਨੋਟ ਦੀ ਅੱਜ ਤੱਕ ਰਾਜਨੀਤੀ ਕਰਦੇ ਰਹੋ। ਨਾ ਤੁਹਾਨੂੰ ਧਰਮ ਦੀ ਕੋਈ ਪਰਵਾਹ ਹੈ, ਨਾ ਸਿੱਖੀ ਦੀ ਪਰਵਾਹ ਹੈ, ਨਾ ਗੁਰੂ ਘਰਾਂ ਦੀ ਪਰਵਾਹ ਹੈ। ਅਤੇ ਮੈਂ ਇੱਕ ਗੱਲ ਹੋਰ ਪੁੱਛਣਾ ਚਾਹੁੰਦਾ ਦੁਨੀਆ ਭਰ ਦੇ ਲੋਕਾਂ ਕੋਲੋਂ, ਗੁਰੂ ਸਾਰਿਆਂ ਦੇ ਸਾਂਝੇ ਨੇ, ਕੋਈ ਅਕਾਲੀ ਦਲ ਬਾਦਲ ਦੇ ਵੱਖਰੇ ਗੁਰੂ ਨੇ? ਗੁਰੂਆਂ ਦੇ ਗੁਰਦੁਆਰੇ ਸਾਰਿਆਂ ਗੁਰੂਆਂ ਦੇ ਨੇ। ਕੀ ਗੱਲ ਉੱਥੇ ਕਾਂਗਰਸੀ ਨੂੰ, ਲੋਕ ਦਲ ਵਾਲਿਆਂ ਨੂੰ, ਆਮ ਆਦਮੀ ਪਾਰਟੀ ਨੂੰ, ਜਾਂ ਹੋਰ ਕਿਸੇ ਦੂਜੇ ਤੀਜੇ ਪਾਰਟੀ ਨੂੰ, ਜਾਂ ਪਾਰਟੀਆਂ ਛੱਡੋ, ਕਿਸੇ ਧਰਮ ਦੇ ਬੰਦੇ ਨੂੰ ਉੱਥੇ ਮਨਾਈ ਹੈ ਜਾਣ ਦੀ? ਗੁਰੂ ਘਰ ਦੁਨੀਆ ਭਰ ਦੇ ਸਾਡੇ ਸਾਂਝੇ ਨੇ। ਗੁਰੂ ਨਾਨਕ ਲੇਵ ਉਹ ਆਉਂਦੇ ਨੇ, ਇੱਕ ਹੋ ਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੇ ਲੁਖਲਾਈ। ਅਸੀਂ ਤਾਂ ਇਹ ਗੱਲ ਕਰਨੇ ਆ ਵੀ ਦੁਬਦਾ ਦੂਰ ਕਰਕੇ ਇਕੱਠੇ ਹੋ ਕੇ ਚਲੀਏ, ਅਤੇ ਤੁਸੀਂ ਵਖਰੇਵਿਆਂ ਦੀ ਜਿਹੜੀ ਗੱਲ ਕਰਦੇ ਹੋ ਇਹ ਇਹਨਾਂ ਨੂੰ ਸ਼ੋਭਾ ਨਹੀਂ ਦਿੰਦੀ। ਪਰ ਉਹਨਾਂ ਦਾ ਇਹ ਵੀ ਇੱਕ ਤੁਹਾਡੇ 'ਤੇ ਇਲਜ਼ਾਮ ਹੈ ਕਿ ਤੁਸੀਂ ਭਾਵੇਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਪੰਥਕ ਪਾਰਟੀ ਮੰਨਿਆ ਜਾਂਦਾ ਸੀਗਾ, ਅਤੇ ਉਹ ਕਹਿੰਦੇ ਨੇ ਕਿ ਵੀ ਤੁਸੀਂ ਵੱਖਰੇ ਹੋ ਕੇ ਹੁਣ ਤੁਸੀਂ ਭਾਜਪਾ ਦੇ ਨਾਲ ਜੁੜ ਗਏ ਹੋ। ਹਾਂਜੀ ਮੈਡਮ ਜੀ, ਇਸ ਤਰ੍ਹਾਂ ਮੇਰੇ 'ਤੇ ਇਲਜ਼ਾਮ ਲੱਗਾ ਵੀ ਇਹ ਕਾਂਗਰਸ ਦਾ ਏਜੰਟ ਹੈ। ਦਾਦੂਵਾਲ 'ਤੇ ਇਲਜ਼ਾਮ ਲੱਗ ਗਿਆ ਕਿ ਦਾਦੂਵਾਲ ਸਿਮ ਸਾਹਿਬ ਦੀ ਜਾ ਕੇ ਉੱਥੇ ਨਾਲ ਮਿਲ ਕੇ ਬਹਿ ਗਏ। ਉਹਨਾਂ 'ਤੇ ਇਲਜ਼ਾਮ ਲੱਗ ਪਿਆ ਵੀ ਇਹ ਬੀਜੇਪੀ ਦਾ ਏਜੰਟ ਹੈ। ਮੇਰੀ ਇਸੇ ਮਸਲੇ, ਇਸੇ ਦੁੱਖ ਤੋਂ ਲੈ ਕੇ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪਰਸੋਂ ਫੋਨ ਕੀਤਾ। ਮੈਂ ਬਾਦਲ ਸਾਹਿਬ, ਅੱਧਾ ਘੰਟਾ ਮੇਰੀ ਫੋਨ 'ਤੇ ਗੱਲ ਹੋਈ। ਮੈਂ ਬਾਦਲ ਸਾਹਿਬ, ਤੁਸੀਂ ਇਹ ਗੱਲ ਕਹਿੰਦੇ ਹੋ ਝਿੰਡਾ ਕਾਂਗਰਸ ਦਾ ਏਜੰਟ, ਦਾਦੂਵਾਲ ਬੀਜੇਪੀ ਦਾ ਏਜੰਟ, ਅਤੇ ਆਪਾਂ ਇਹਨੂੰ ਖ਼ਤਮ ਨਾ ਕਰੀਏ ਇਸ ਕੰਮ ਨੂੰ। ਆਂਦੇ ਨੇ ਕਿਸ ਤਰ੍ਹਾਂ ਝਿੰਡਾ ਹਾ? ਮੈਂ ਕਿਹਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਨੂੰਨੀ ਤੌਰ 'ਤੇ ਬਣ ਚੁੱਕੀ ਹੈ, ਮਾਨਯੋਗ ਸੁਪਰੀਮ ਕੋਰਟ ਨੇ ਬਣਾਤੀ, ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਜੇ ਆਪਾਂ ਇਹ ਵਖਰੇਵਾਂ ਖ਼ਤਮ ਕਰਨਾ ਹੈ, ਪੰਥ ਨੂੰ ਇਕੱਠਿਆਂ ਕਰਨਾ ਹੈ, ਦੁਨੀਆ 'ਚ ਮਿਸਾਲ ਕਾਇਮ ਕਰਨੀ ਹੈ, ਜਿਸ ਦਿਨ ਅਸਾਂ ਗੁਰੂ ਮਹਾਰਾਜ ਦੇ ਚਾਰਜ ਸੰਭਾਲਣੇ ਨੇ, ਤੁਸੀਂ ਪਾਰਲੀਮੈਂਟ ਹੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਰਲੀਮੈਂਟ ਹੈ। ਅਸੀਂ ਹਰਿਆਣਾ ਦੀ ਇੱਕ ਬੋਡੀ ਸਟੇਟ ਬੋਡੀ ਹੈ, ਦਿੱਲੀ ਸਟੇਟ ਬੋਡੀ ਹੈ, ਪਟਨਾ ਸਾਹਿਬ ਸਟੇਟ ਬੋਰਡ ਹੈ, ਹਜੂਰ ਸਾਹਿਬ ਸਟੇਟ ਬੋਰਡ ਹੈ, ਹੇਮਕੁੰਟ ਸਾਹਿਬ ਸਟੇਟ ਬੋਰਡ ਹੈ। ਕਿਉਂ ਨਾ ਚੰਗਾ ਹੋਵੇ, ਮੈਂ ਤੁਹਾਨੂੰ ਹੱਥ ਜੋੜ ਕੇ ਲੈਟਰ ਲਿਖਾਂਗਾ, ਬੇਨਤੀ ਕਰਾਂਗਾ, ਕਿਉਂਕਿ ਅਕਾਲ ਤਖਤ ਤੁਹਾਨੂੰ ਘਰ ਜਾ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਲੈਟਰ ਦੇ ਕੇ ਆਵਾਂਗਾ, ਜਥੇਦਾਰ ਅਕਾਲ ਸਾਹਿਬ ਦੇ ਨੂੰ ਲੈਟਰ ਦੇ ਕੇ ਆਵਾਂਗਾ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਲੈਟਰ ਦੇ ਕੇ ਆਵਾਂਗਾ, ਤਿੰਨੇ ਬਾਕੀ ਦੇ 4 ਜਥੇਦਾਰਾਂ ਨੂੰ ਲੈਟਰ ਦੇ ਕੇ ਆਵਾਂਗੇ ਕਿ ਇਸ ਦਿਨ ਸਾਡਾ ਜਰਨਲ ਹਾਊਸ ਇਕੱਠਾ ਹੋਣਾ ਹੈ ਅਤੇ ਸਾਨੂੰ ਗੁਰੂ ਘਰਾਂ ਦੀ ਸੇਵਾ ਸੰਭਾਲੀ ਜਾਣੀ ਹੈ। ਆਓ ਰਲ ਕੇ, ਆਓ ਪਾਰਲੀਮੈਂਟ, ਇਹ ਜੇ ਪ੍ਰਧਾਨ ਮੰਤਰੀ ਆਵੇ ਧਾਮੀ ਸਾਹਿਬ, ਅਤੇ ਆਪਣੇ ਛੋਟੇ ਭਰਾ ਨੂੰ, ਆਪਣਾ ਜਿਹੜੀ ਸਟੇਟ ਬੋਡੀ ਹੈ ਉਹਨੂੰ ਆਪਣੇ ਆਪ ਆਣ ਕੇ ਚਾਰ ਸੰਭਾਲੇ, ਅਤੇ ਦੁਨੀਆ ਦੇ ਵਿੱਚ
ਤੁਹਾਡਾ ਮੈਸੇਜ ਜਾਏਗਾ ਕਿ ਇੱਕ ਵੱਡੇ ਭਰਾ ਨੇ ਇੱਕ ਪਾਰਲੀਮੈਂਟ ਦੀ ਭੂਮਿਕਾ ਨਿਭਾਉਂਦੇ ਹੋਇਆਂ ਛੋਟੇ ਭਰਾ ਨੂੰ ਜਿਹੜਾ ਵੱਖਰਾ ਉਹਨਾਂ ਕੀਤਾ ਸੀ ਉਹਦਾ ਉਹਨੂੰ ਹੱਕ ਮਿਲਿਆ ਹੈ। ਉੱਥੇ ਬੀਜੇਪੀ ਵੀ ਚੁੱਪ ਹੋ ਜਾਏਗੀ, ਉੱਥੇ ਕਾਂਗਰਸ ਵੀ ਚੁੱਪ ਹੋ ਜਾਏਗੀ, ਉੱਥੇ ਆਮ ਆਦਮੀ ਪਾਰਟੀ ਵੀ ਚੁੱਪ ਪੈ ਜਾਏਗੀ। ਕਿਸੇ ਨੂੰ ਵੀ ਸਵਾਲੀਆ ਨਿਸ਼ਾਨ ਕਰਨ ਦੀ ਲੋੜ ਹੀ ਨਾ ਪਏਗੀ ਤੇ ਹਿੱਲ ਜਾਣਗੇ ਇੱਥੋਂ ਦੇ ਪ੍ਰਧਾਨ ਮੰਤਰੀ ਵੀ। ਸਾਰੀ ਦੁਨੀਆ ਦੇ ਵਿੱਚ ਇੱਕ ਮੈਸੇਜ ਚਲਾ ਜਾਏਗਾ ਬਾਦਲ ਸਾਹਿਬ ਕਿ ਧਾਰਮਿਕ ਤੌਰ 'ਤੇ ਸਿੱਖ ਇਕੱਠੇ ਨੇ, ਇਹਨਾਂ ਨੂੰ ਕੋਈ ਵੱਖਰਿਆ ਨਹੀਂ ਕਰ ਸਕਦਾ। ਪੋਲੀਟੀਕਲ ਤੌਰ 'ਤੇ ਭਾਵੇਂ ਜੋ ਮਰਜ਼ੀ ਕਰ ਆਪਣੀ ਆਪਣੀ। ਉਹਨਾਂ ਕਹਿ ਚੀਂਦਾ ਚਲੋ ਮੈਂ ਇਹਦੇ 'ਤੇ ਵਿਚਾਰ ਕਰਾਂਗਾ। ਮੈਂ ਦਲਜੀਤ ਚੀਮੇ ਨੂੰ ਫੋਨ ਕੀਤਾ, ਧਾਮੀ ਸਾਹਿਬ ਅੱਗੇ ਵੀ ਬੇਨਤੀ ਕਰ ਰਿਹਾ, ਰੋਜ਼ ਕਰ ਰਿਹਾ, ਅੱਜ ਵੀ 2 ਦਿਨ ਪਹਿਲੋਂ ਵੀ ਕੀਤੀ। ਦਲਜੀਤ ਚੀਮੇ ਨੇ ਵੀ ਬੇਨਤੀ ਕੀਤੀ, ਚੀਮਾ ਸਾਹਿਬ ਪੰਥ ਨੂੰ ਇਕੱਠਿਆਂ ਕਰ ਲਓ, ਮੌਕਾ ਤੁਹਾਡੇ ਕੋਲ ਬੜਾ ਵਧੀਆ ਸਨੂਰੀ ਮੌਕਾ ਇਹ ਪੰਥ ਨੂੰ ਇਕੱਠਿਆਂ ਕਰਨ ਦਾ। ਮਾਨਨੀ ਸੁਪਰੀਮ ਕੋਰਟ ਦੀ ਵਜ੍ਹਾ ਨਾਲ ਮੌਕਾ ਬਣਿਆ ਤੁਹਾਡੇ ਕੋਲ। ਆਓ ਸਾਰੇ ਭਰਾ ਰਲ ਕੇ, ਸਾਨੂੰ ਪਹਿਲੋਂ ਅਕਾਲ ਤਖਤ ਸਾਹਿਬ ਛੱਡੋ, ਅਸੀਂ ਉੱਥੇ ਅਰਦਾਸ ਕਰਕੇ ਆਵਾਂਗੇ, ਉੱਥੋਂ ਸਾਰੇ ਜਥੇਦਾਰ ਸਾਨੂੰ ਤੇ ਸੁਖਬੀਰ ਸਿੰਘ ਬਾਦਲ ਤੁਸੀਂ ਆ ਜਾਓ, ਅਜੇ ਪ੍ਰਧਾਨ ਹੋ ਸਾਡੇ ਪੰਥ ਦੇ ਪ੍ਰਧਾਨ। 5 ਵਾਰ ਸਰਦਾਰ ਜਿੱਤ ਕੇ ਵੀ ਇੰਨੀ ਕੋਸ਼ਿਸ਼ ਕਿਉਂ ਕਰ ਰਹੇ ਹੋ ਕਿ ਨਾਲ ਚੱਲੀਏ? ਸਿਰਫ ਪੰਥ ਨੂੰ ਇਕੱਠਿਆਂ ਵੇਖਣ ਵਾਸਤੇ। ਜਿਹੜੇ ਸਾਡੇ ਤੇ ਇੱਕ ਦੂਜੇ ਤੇ ਦੂਸ਼ਣਬਾਜ਼ੀ ਲਾਉਂਦੇ ਆ, ਘਟੀਆ ਬਿਆਨ ਦੇਣੇ ਆ, ਗੁੰਮਰਾਹ ਕਰਨ ਪੂਰਵਕ ਬਿਆਨ ਦੇਣੇ ਆ, ਆਪਣੇ ਵੋਟਾਂ ਨੂੰ ਮੱਦੇ ਵਿੱਚ ਰੱਖਣੇ, ਆਪਣੀ ਹੋਂਦ ਨੂੰ ਅੱਗੇ ਰੱਖਣ ਵਾਸਤੇ, ਵੱਡੇ ਛੋਟਾ ਬਣਨ ਵਾਸਤੇ। ਮੈਂ ਇਸ ਕਰਕੇ ਅੱਜ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੇਰੇ ਪਿਤਾ ਦੇ ਸਮਾਨ ਨੇ। ਬਾਦਲ ਸੁਖਬੀਰ ਬਾਦਲ ਨੇ ਕਿਹਾ ਵੀ ਤੁਸੀਂ ਮੇਰੇ ਭਰਾਵਾਂ ਦੇ ਬਰਾਬਰ, ਤੁਸੀਂ ਮੇਰੇ ਹਾਣੀ ਹੋ। ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਿਰੇ ਤੁਹਾਡੇ ਹੀ ਭਰਾ ਨਹੀਂ, ਪੰਥ ਦੇ 5 ਵਾਰਾਂ ਉਹ ਰਹਿ ਚੁੱਕੇ ਨੇ। ਦੁਨੀਆ ਦੇ ਵਿੱਚ ਵੈਦ ਲੀਡਰ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਮੰਤਰੀ ਵੀ ਉਹਨਾਂ ਦੇ ਗੋਡਿਆਂ ਨੂੰ ਹੱਥ ਲਾਉਂਦੇ ਨੇ। ਤੇ ਆਓ ਆਪਾਂ ਰਲ ਕੇ ਫਿਰ ਇੱਕ ਮਿਸਾਲ ਕੰਮ ਕਰ ਲਈਏ ਕਿ ਹਰਿਆਣੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਟੇਟ ਬੋਡੀ ਬਣੀ ਹੈ, ਉਹਨੂੰ ਸਾਡੇ ਵੱਡੇ ਭਰਾ ਦੇ ਪਾਰਲੀਮੈਂਟ ਆਣ ਕੇ ਉਹਨੂੰ ਆਦਰ ਸਨਮਾਨ ਨਾਲ ਸੌਂਪ ਰਹੇ। ਤੁਸੀਂ ਅਜੇ ਵੀ ਇਕੱਠੇ ਚੱਲਣਾ ਚਾਹੁੰਦੇ ਹੋ? ਮੈਂ ਤੇ ਅੱਜ ਵੀ ਕਿਹਾ ਹੈ ਉਹਨਾਂ ਦੇ ਇੱਕ ਲੀਡਰ ਨੂੰ, ਅੱਜ ਵੀ ਕਹਿ ਕੇ ਆਇਆ, ਹੱਥ ਜੋੜ ਕੇ ਬੇਨਤੀ ਕਰਕੇ ਆਇਆ ਵਾਂ। ਤੇ ਜਿਹੜੀ ਅਸਲ ਲੜਾਈ ਫਿਰ ਇਹੀ ਆ ਗਈ ਨਾ ਕਿ ਜਿਹੜਾ ਧਨ ਹਰਿਆਣਾ ਦਾ ਪੰਜਾਬ ਤੇ ਐਸਜੀਪੀਸੀ ਤੇ ਖਜ਼ਾਨੇ ਚ ਆਉਂਦਾ ਸੀ ਉਹ ਬੰਦ ਹੋ ਗਿਆ। ਸਿਰਫ ਲੜਾਈ ਉਸੇ ਗੱਲ ਤੇ ਪੈ ਨਹੀਂ, ਉਹ ਹੁਣ ਨੀਅਤ ਜ਼ਾਹਿਰ ਹੋ ਰਹੀ ਹੈ। ਸਾਡੀ ਧਨ ਤੇ ਧਿਆਨ ਨਹੀਂ, ਧਿਆਨ ਤੇ ਧਨ ਉਹਨਾਂ ਦਾ ਧਿਆਨ ਤੇ ਧਿਆਨ ਉਹਨਾਂ ਦਾ ਕਿ ਜਦੋਂ ਮਾਨਨੀय ਸੁਪਰੀਮ ਕੋਰਟ ਨੇ ਫੈਸਲਾ ਦੇ ਦਿੱਤਾ ਵੀ ਹਰਿਆਣਾ ਦਾ ਜਿਹੜਾ ਕਾਨੂੰਨ ਬਣਿਆ ਇਹ ਨਾ ਇੰਟਰਸਟੇਟ ਨਾ ਪੁਆਇੰਟ ਲਿਆ ਕਿ ਇੰਟਰਸਟੇਟ ਮਸਲਾ, ਉਹ ਕਹਿਣ ਲੱਗੀ ਇੰਟਰਸਟੇਟ ਕਿਸ ਤਰ੍ਹਾਂ, ਹਰਿਆਣਾ ਤਾਂ ਸਟੇਟ ਵੱਖਰੀ ਹੈ, ਇੰਟਰਸਟੇਟ ਮਸਲਾ ਬਣਦਾ ਹੀ ਨਹੀਂ। ਇਹਨਾਂ ਕਿਹਾ ਫਿਰ ਇਹ ਕਾਨੂੰਨ ਨਹੀਂ ਕਹਿੰਦਾ। ਉਹਨਾਂ ਕਿਹਾ ਸੈਕਸ਼ਨ 1966 ਕਾਲਮ 72, ਇਹ ਕਾਲਮ ਨੰਬਰ 3 ਸੈਕਸ਼ਨ 72 ਵਿੱਚ ਕਲੀਅਰ ਕੀਤਾ ਹੈ ਕਿ 3 ਅਦਾਰੇ ਇਕੱਠੇ ਨੇ ਪੰਜਾਬ ਤੇ ਹਰਿਆਣੇ ਦੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ। ਤੇ ਜਦੋਂ ਹਰਿਆਣਾ ਸਟੇਟ ਵੱਖਰੀ ਇਹ ਸੰਭਾਲ ਲੇਗੀ, ਇਹ ਹਰਿਆਣੇ ਦੇ ਸਰਕਾਰ ਨੂੰ ਅਧਿਕਾਰ ਹੋਵੇਗਾ ਤੇ ਹਰਿਆਣਾ ਦੇ ਲੋਕਾਂ ਨੂੰ ਅਧਿਕਾਰ ਹੋਵੇਗਾ, 3 ਅਦਾਰੇ ਆਪਣੇ ਖੋਲ੍ਹ ਸਕਦੇ ਨੇ। ਸਰਕਾਰ ਨੇ ਜ਼ਰੂਰ ਸਮਝ ਲਈ ਐਗਰੀਕਲਚਰ ਯੂਨੀਵਰਸਿਟੀ ਦੀ ਆਪਣੀ ਚਲਾਉਣ ਵਾਸਤੇ ਉਹ ਹਿਸਾਬ ਬਣਾ ਦਿੱਤੀ ਗਈ। ਪੰਜਾਬ ਯੂਨੀਵਰਸਿਟੀ ਬਦਲੇ ਕੁਰੂਕਸ਼ੇਤਰਾ ਯੂਨੀਵਰਸਿਟੀ ਬਣਾ ਦਿੱਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿ ਸਰਕਾਰ ਨਹੀਂ ਜ਼ਰੂਰ ਸਮਝੀ ਕਿਉਂਕਿ ਸਿੱਖਾਂ ਨੇ ਮੰਗ ਨਹੀਂ ਸੀ ਕੀਤੀ। ਇਹ ਕੇਵਲ ਸਿੱਖਾਂ ਦੀ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਜੁੜੇ ਹਨ, ਨਾ ਸਿੱਖਾਂ ਨੇ ਮੰਗ ਕੀਤੀ ਤੇ ਨਾ ਸਰਕਾਰ ਨੇ। ਜੇ ਹਰਿਆਣੇ ਦੇ ਸਿੱਖਾਂ ਦੀ ਗੱਲ ਸੁਣੀ ਹੁੰਦੀ, ਜੇ ਪੈਸਾ ਇੱਥੇ ਵਾਪਸ ਲਿਆਉਣ ਜਗ੍ਹਾ ਉੱਥੇ ਖਰਚ ਆਉਂਦਾ ਤਾਂ ਸ਼ਾਇਦ ਇਹ ਵੱਖਰਾ ਨਹੀਂ ਹੋਣਾ ਪੈਂਦਾ। ਮੈਂ ਮੈਡਮ ਜੀ ਪਹਿਲਾਂ ਕਹਿ ਚੁੱਕਾ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭੇਦਭਾਵ ਤਰੀਕੇ ਨੂੰ ਬਾਦਲ ਸਾਹਿਬ ਦੀ ਡਿਕਟੇਟਰਸ਼ਿਪ ਦੀ ਵਜ੍ਹਾ ਤੋਂ ਹੀ ਜਨਮ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਤੁਹਾਡੇ ਵਿੱਚ ਅਜੇ ਵੀ ਐਡਾ ਪੋਜ਼ਿਟਿਵ ਐਟੀਟਿਊਡ, ਤੁਸੀਂ ਅਜੇ ਵੀ ਤੁਸੀਂ ਮੰਨਦੇ ਹੋ ਕਿ ਇੰਨੇ ਸਾਲਾਂ ਦੀ ਲੜਾਈ ਲੜੀ ਹੈ, ਪਰ ਅੱਜ ਵੀ ਕੋਸ਼ਿਸ਼ ਕਰ ਰਹੇ ਹੋ ਕਿ ਸ਼ਾਇਦ ਉਹ ਫਿਰ ਮੰਨ ਜਾਣ? ਮੈਂ ਕਹਿੰਦਾ ਬਾਦਲ ਸਾਹਿਬ ਮੇਰੇ ਪਿਤਾ ਦੇ ਬਰਾਬਰ ਨੇ। ਮੈਂ ਜਾ ਕੇ ਪੱਗ ਆਪਣੀ ਸਿਰ ਤੇ ਰੱਖ ਦਿਆਂਗਾ ਬਾਦਲ ਸਾਹਿਬ ਦੇ। ਸੁਖਬੀਰ ਮੇਰਾ ਭਰਾ ਹੈ, ਮੈਂ ਹੱਥ ਜੋੜ ਕੇ ਬੇਨਤੀ ਟੈਲੀਫੋਨ ਤੇ ਕਰ ਚੁੱਕਾ, ਉਹਨਾਂ ਦੇ ਲੀਡਰਾਂ ਨੂੰ ਕਰ ਚੁੱਕਾ। ਅੱਜ ਹੀ ਮੈਂ ਤੁਹਾਡੇ ਸਾਹਮਣੇ ਹੱਥ ਜੋੜ ਕੇ ਬੇਨਤੀ ਕਰਨਾ ਅਕਾਲੀ ਦਲ ਦੇ ਬਾਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ, ਵੇਖੋ ਸੋਚੋ ਕੁਝ। ਤੁਹਾਡਾ ਮੈਂ ਵਾਰ-ਵਾਰ ਬੇਨਤੀਆਂ ਕਰਨਾ, ਮੇਰੀ ਬੇਨਤੀ ਛੋਟੇ ਭਰਾ ਦੀ ਪ੍ਰਵਾਨ ਕਰੋ ਤੇ ਆਓ ਦੁਨੀਆ ਦੇ ਵਿੱਚ ਇੱਕ ਰਿਕਾਰਡ ਕਾਇਮ ਕਰੀਏ ਤੇ ਪਤਾ ਲੱਗ ਜਾਏ, ਮੋਦੀ ਸਾਹਿਬ ਨੂੰ ਵੀ ਪਤਾ ਲੱਗ ਜਾਏਗਾ ਕਿ ਸਿੱਖ ਧਰਮ ਕਦੀ ਵੰਡਿਆ ਨਹੀਂ ਜਾ ਸਕਦਾ। ਤੁਸੀਂ ਜਿੰਨੀ ਨਮਰਤਾ ਨਾਲ, ਲਿਮਿਟ ਨਾਲ ਗੱਲ ਕਰ ਰਹੇ ਹੋ, ਲੋਕ ਤੇ ਕਹਿਣਗੇ ਇਹ ਤਾਂ ਸਮਝੌਤੇ ਕਰਨ ਲਈ ਬੈਠੇ ਨੇ, ਇਹ ਡਟ ਨਹੀਂ ਰਹੇ, ਲੜ ਨਹੀਂ ਰਹੇ। ਨਹੀਂ, ਲੜਾਈ ਤਾਂ ਖਤਮ ਕਰਤੀ ਸੁਪਰੀਮ ਕੋਰਟ ਨੇ ਮੈਡਮ ਜੀ। ਲੜਾਈ ਰਹੀ ਕਿੱਥੇ? ਸਾਨੂੰ ਸਾਡਾ ਹੱਕ ਮਿਲ ਗਿਆ, ਸੁਪਰੀਮ ਕੋਰਟ ਦਵਾਉਣਾ ਹੈ। ਚਲੋ ਹੁਣ ਇੱਕ ਗੱਲ ਦੱਸੋ, ਇਹ ਤੁਹਾਡੀਆਂ ਸਿਆਸੀ ਗੱਲਾਂ ਜਿੱਦਾਂ ਹੋਣਗੀਆਂ, ਜਦ ਤੁਹਾਡੇ ਕੋਲ ਹੁਣ ਕਮਾਨ ਆ ਗਈ, ਪਹਿਲੀ ਗੱਲ ਅਸੀਂ ਲੜਾਈ ਤੇ ਕਿਉਂ ਆ ਗਏ? ਦਾਦੂਵਾਲ ਸਾਹਿਬ ਤੁਹਾਡੇ ਪ੍ਰਧਾਨਗੀ ਦਾ ਇਹ ਮਸਲਾ ਕਿਵੇਂ ਉੱਠ ਗਿਆ? ਇਸ ਤਰ੍ਹਾਂ ਜੀ, ਸ਼ਾਇਦ ਦਾਦੂਵਾਲ ਸਾਹਿਬ ਨੂੰ ਕਾਨੂੰਨ ਬਾਰੇ ਪਤਾ ਨਹੀਂ।
2014 ਚ ਮਾਨनीय ਹੁੱਡਾ ਸਾਹਿਬ ਨੇ ਕਮੇਟੀ ਦਾ ਗਠਨ ਕੀਤਾ। 11 ਜੁਲਾਈ ਨੂੰ ਗਠਿਤ ਹੋਇਆ। ਬਕਾਇਦਾ ਜਨਰਲ ਹਾਊਸ 41 ਮੈਂਬਰ ਕਮੇਟੀ ਦੇ ਬਣਾਏ ਗਏ। ਐਕਟ ਦੇ ਅਨੁਸਾਰ 41 ਮੈਂਬਰ ਬਣਾਏ ਜਾਣਗੇ। 18 ਮਹੀਨੇ 'ਚ ਉਹ ਵੋਟਿੰਗ ਕਰਨਗੇ ਤੇ ਹਲਕੇ ਬਣਾਉਣਗੇ। ਪਰ 1 ਮਹੀਨੇ ਬਾਅਦ ਕੁਰੂਕਸ਼ੇਤਰ ਇਹੋ ਜਿਹਾ ਪਾਣਾ ਵਰਤਿਆ। 11 ਜੁਲਾਈ 2000 ਨੂੰ ਪਾਸ ਹੋਇਆ। 12 ਜੁਲਾਈ ਨੂੰ ਡੀਸੀ ਸਾਹਿਬ ਨੇ ਕੁਰੂਕਸ਼ੇਤਰ 40 ਮੈਂਬਰਾਂ ਨੂੰ ਸੱਦਿਆ। ਸਰਬਸੰਮਤੀ ਨਾਲ ਸਾਰਿਆਂ ਨੂੰ ਸਹੁੰ ਚੁਕਾਈ। ਉਸ ਤੋਂ ਬਾਅਦ ਮੈਨੂੰ ਐਜ ਏ ਪ੍ਰਧਾਨ ਉਹਨਾਂ ਸਹੁੰ ਚੁਕਾਈ ਅਤੇ ਉਹਨਾਂ ਕਿਹਾ ਵੀ ਤੁਸੀਂ ਆਪਣੀ ਐਗਜ਼ੈਕਟਿਵ ਬੋਡੀ ਬਣਾ ਦਿਓ। 6 ਸਾਲ ਤੱਕ ਲਗਾਤਾਰ ਮੈਂ ਪ੍ਰਧਾਨ ਰਿਹਾ। ਮੇਰੇ ਬਿਮਾਰ ਮੈਂ ਇੰਨਾ ਹੋ ਗਿਆ ਕਿ ਮੇਰਾ 25 ਕਿਲੋ ਵਜ਼ਨ ਰਹਿ ਗਿਆ। ਮੇਰੇ ਬਚਣ ਦੀ ਕੋਈ ਰਿਸ ਨਹੀਂ ਸੀ ਅਤੇ ਮੈਂ ਆਪਣਾ ਅਸਤੀਫਾ ਜਿਹੜਾ ਹੈ ਮੈਂ ਕਿਹਾ ਮੈਂ ਕੰਮ ਨਹੀਂ ਚਲਾ ਸਕਦਾ, ਤੁਸੀਂ ਘਰ 'ਚ ਕਰਨੀ ਪ੍ਰਧਾਨ ਆਪਣਾ ਚੁਣ ਲਓ। ਜੇ ਠੀਕ ਹੋ ਗਿਆ ਤਾਂ ਚਲੋ ਪਰਮਾਤਮਾ ਕਰੇਗਾ। ਮੈਂ ਆਪਣਾ ਇੱਕ ਕਾਗਜ਼ 'ਤੇ ਲਿਖ ਕੇ ਅਸਤੀਫਾ ਉੱਥੇ ਭੇਜਤਾ। ਸਾਡਾ ਇਹ ਪਰ ਰੂਲ ਬਣਦਾ ਹੈ। ਕਾਨੂੰਨ ਕੀ ਕਹਿੰਦਾ ਹੁਣ ਅੱਗੇ ਆਣ ਕੇ? ਕਾਨੂੰਨ ਇਹ ਕਹਿੰਦਾ ਵੀ ਜੇ ਹਾਊਸ ਨੂੰ ਕੋਈ ਮੈਂਬਰ ਸੇਵਾ ਭੇਜਦਾ, ਪ੍ਰਧਾਨ ਭੇਜਦਾ ਅਤੇ ਉਹ ਡੀਸੀ ਸਾਹਿਬ ਨੂੰ ਹਾਊਸ ਭੇਜੇਗਾ ਅਤੇ ਡੀਸੀ ਸਾਹਿਬ ਕਿਉਂਕਿ ਗਵਰਨਰ ਨੇ ਕਮੇਟੀ ਗਠਿਤ ਕੀਤੀ, ਉਹ ਗਵਰਨਰ ਨੂੰ ਭੇਜੇਗਾ। ਉਸ ਤੋਂ ਬਾਅਦ ਗਵਰਨਰ ਸਾਹਿਬ ਹਾਊਸ ਦੀ ਮੀਟਿੰਗ ਬੁਲਾਉਣਗੇ ਵੀ ਪ੍ਰਧਾਨ ਵੱਲੋਂ ਅਸਤੀਫਾ ਆ ਗਿਆ, ਜਿਵੇਂ ਸੀਐਮ ਦਾ ਹੁੰਦਾ ਹੈ। ਪਰ ਰੂਲ ਤੇ ਸਾਰੇ ਸਮਝਦੇ ਹੋ। ਗਵਰਨਰ ਸਾਹਿਬ ਹਾਊਸ ਦੀ ਮੀਟਿੰਗ ਬੁਲਾਉਣਗੇ, ਹਾਊਸ ਆਪਣਾ ਪ੍ਰਧਾਨ ਨਵਾਂ ਚੁੱਕੇਗਾ ਅਤੇ ਫਿਰ ਉਸ ਪ੍ਰਧਾਨ ਨੂੰ ਡੀਸੀ ਸਾਹਿਬ ਆਣ ਕੇ ਸਹੁੰ ਚੁਕਾਉਣਗੇ। ਇਹ ਕੁਝ ਵੀ ਨਹੀਂ ਹੋਇਆ। ਹਾਊਸ ਨੇ ਆਪਣੇ ਕੋਲ ਅਸਤੀਫਾ ਰੱਖ ਕੇ ਆਪ ਇਲੈਕਸ਼ਨ ਕਰਾ ਦਿੱਤਾ। ਉਹ ਇਲੈਕਸ਼ਨ ਨੂੰ ਇਟਰਨਲ ਇਲੈਕਸ਼ਨ ਮੰਨਿਆ ਜਾਂਦਾ। ਵਕੀਲ ਵੀ ਕਹਿ ਰਹੇ ਨੇ ਇਹ ਗੈਰ ਕਾਨੂੰਨੀ ਇਲੈਕਸ਼ਨ ਹੋਇਆ। ਤੁਹਾਨੂੰ ਅਥਾਰਟੀ ਕਿਸ ਦੇ ਦਿੱਤੀ ਇਲੈਕਸ਼ਨ ਕਰਵਾਉਣ ਦੀ? ਇਲੈਕਸ਼ਨ ਦਾ ਤਾਂ ਕੋਈ ਪ੍ਰੋਵੀਜ਼ਨ ਨਹੀਂ। ਉੱਥੇ ਆਣ ਕੇ ਗੱਲ ਤਾਂ ਹੋਈ ਨਾ ਕਿ ਵੀ ਜਦੋਂ ਅਸੀਂ ਮੈਂ ਨਾ ਬੜੇ ਸਾਲ ਪਹਿਲਾਂ ਅਮਰੀਕਾ ਗਈ ਸੀਗੀ ਅਤੇ ਅਸੀਂ ਪਹਿਲਾਂ ਅਜੇ ਉਤਰੇ ਹੀ ਸੀ ਅਤੇ ਪਾਪਾ ਨੇ ਜਾਣਾ ਸੀ ਗੁਰਦੁਆਰੇ ਅਤੇ ਅਸੀਂ ਗੁਰਦੁਆਰੇ ਗਏ। ਉੱਥੇ ਗਏ, ਗੋਲਕ ਦੀ ਲੜਾਈ ਸੀ, ਚੋਣਾਂ ਚੱਲ ਰਹੀਆਂ ਸੀ, ਗਾਲੀ ਗਲੋਚ ਗੁਰਦੁਆਰੇ ਦੇ ਲੰਗਰ ਹਾਲ ਵਿੱਚ ਅਤੇ ਉਹ ਪੱਗਾਂ ਉਤਰ ਤੱਕ ਗੱਲ ਆ ਗਈ, ਜੋ ਅੱਜ ਕੱਲ੍ਹ ਹੁਣ ਆਮ ਗੱਲ ਹੋ ਗਈ ਹੈ। ਇੱਥੇ ਵੀ ਹੁੰਦਾ ਹੈ। ਹੁਣ ਜਦ ਹਰਿਆਣਾ ਦਾ ਇੱਕ ਨਵਾਂ ਦੌਰ ਸ਼ੁਰੂ ਹੋਇਆ, ਇੱਕ ਨਵਾਂ ਚੈਪਟਰ ਖੁੱਲ੍ਹਿਆ ਹੈ, ਅਸੀਂ ਉੱਥੋਂ ਹੀ ਸ਼ੁਰੂ ਕਰਾਂਗੇ, ਫਿਰ ਲੜਾਈ ਹੋਏਗੀ ਸਾਡੀ। ਮੈਂ ਤਾਂ ਦਾਦੂਵਾਲ ਸਾਹਿਬ ਨੂੰ ਬੇਨਤੀ ਕੀਤੀ ਹੈ, ਜਾਂ ਤਾਂ ਡੈਮੋਕ੍ਰੇਸੀ 'ਤੇ ਚੱਲ ਲਓ, ਤਾਂ ਵੇਖ ਲਓ ਵੀ ਆਪਣੇ 41 ਮੈਂਬਰ ਬਣੇ ਸਨ, 4 ਦੀ ਡੈਥ ਹੋ ਗਈ, 1 ਨੇ ਅਸਤੀਫਾ ਦਿੱਤਾ ਹੈ, 36 ਬਾਕੀ ਬਚੇ ਨੇ। ਆਪਾਂ ਬਹਿ ਕੇ ਭਰਾ 36 ਜਿਹਨੂੰ ਕਹਾਂਗੇ ਵੀ ਇਹ ਸੁਣਨ ਨੂੰ ਤਿਆਰ ਨੇ, ਉਹ ਇਹ ਵੀ ਸੁਣਨ ਨੂੰ ਤਿਆਰ ਨਹੀਂ। ਉਹ ਕਹਿੰਦੇ ਨੇ ਮੈਂ ਪ੍ਰਧਾਨ, ਮੈਨੂੰ ਤਾਂ ਤੁਸੀਂ ਬਣਾ ਦਿੱਤਾ। ਤੁਸੀਂ ਇਹ ਨਵਾਂ ਚੈਪਟਰ ਸ਼ੁਰੂ ਕੀਤਾ ਹੈ, ਨਵਾਂ ਬਦਲਾਵ ਆਇਆ ਹੈ, ਇਹ ਦਾਦੂਵਾਲ ਸਾਹਿਬ ਕਰ ਰਹੇ ਨੇ। ਮੈਡਮ ਮੇਰੀ ਪਲੀਜ਼ ਗੱਲ ਸੁਣੋ। ਮੈਂ ਉਹਨਾਂ ਨੂੰ ਆਪਸ਼ਨ ਦਿੱਤੀ ਹੈ, ਜਾਂ ਕਾਨੂੰਨ ਨਾਲ ਚੱਲੋ ਅਤੇ ਜਾਂ ਡੈਮੋਕ੍ਰੇਸੀ ਤਰੀਕੇ ਨਾਲ ਚੱਲੋ, ਅਤੇ ਜਾਂ ਦਾਦੂਵਾਲ ਸਾਹਿਬ ਨੂੰ ਜੇ ਇੰਨਾ ਹੀ ਮਾਣ ਹੈ, ਜੇ ਮੈਂਬਰਾਂ ਨੂੰ ਵੀ ਨਹੀਂ ਉਹ ਪ੍ਰੈਫਰੈਂਸ ਦਿੰਦੇ, ਕਾਨੂੰਨ ਨੂੰ ਵੀ ਪ੍ਰੈਫਰੈਂਸ ਦਾਦੂਵਾਲ ਸਾਹਿਬ ਨਹੀਂ ਦਿੰਦੇ, ਮੈਂਡੇਟ ਕਰਵਾ ਕੇ ਵੇਖ ਲੈਣ, ਸਾਰੀ ਦੁਨੀਆ ਦਾ ਮੈਂਡੇਟ ਕਰਵਾ ਕੇ ਵੇਖ ਲੈਣ ਵੀ ਹੱਕ ਝੀਂਦੇ ਦਾ ਬਣਦਾ ਕਿ ਦਾਦੂਵਾਲ ਦਾ ਬਣਦਾ। ਪੰਜਾਬ ਦਾ ਕਰਵਾ ਕੇ ਵੇਖ ਲੈਣ, ਹਰਿਆਣੇ ਦਾ ਕਰਵਾ ਕੇ ਵੇਖ ਲੈਣ, ਮੈਂਬਰਾਂ ਦਾ ਕਰਵਾ ਕੇ ਵੇਖ ਲੈਣ, ਸੰਗਤ ਦਾ ਕਰਾ ਕੇ ਵੇਖ ਲੈਣ, ਖੁੱਲ੍ਹਾ ਚੱਲਣ ਨੇ। ਮੈਂ ਤੁਹਾਡੀ ਗੱਲ ਮੰਨਦੀ ਹਾਂ। ਮੈਂ ਸਿਰਫ ਇਹ ਸੋਚਦੀ ਹਾਂ ਕਿ ਬਦਲਾਵ ਕਿੱਦਾਂ ਆਏਗਾ, ਕਿਉਂਕਿ ਅੱਜ ਗੱਲ ਸਿਰਫ ਇੱਥੇ ਆ ਕੇ ਰਹਿ ਗਈ ਹੈ ਕਿ ਸਾਰੇ ਜੋ ਗੁਰਦੁਆਰਿਆਂ ਵਿੱਚ ਬੈਠੇ ਨੇ ਲੋਕ ਜਾਂ ਜੋ ਆਗੂ ਸਾਹਿਬ ਨੇ, ਉਹ ਗੱਲ ਸਿਰਫ ਗੋਲਕ ਤੇ ਤਾਕਤ ਤੇ ਹੈਗੀ ਹੈ। ਇਸ ਤੋਂ ਅੱਗੇ ਵਧਾਂਗੇ ਅਸੀਂ? ਨਹੀਂ ਜੀ ਨਹੀਂ, ਗੱਲ ਗੋਲਕਾਂ ਦੀ ਨਹੀਂ। ਮੈਂ ਇੱਕ ਪਲੀਜ਼ ਤੁਹਾਨੂੰ ਵੀ ਬੇਨਤੀ ਕਰਾਂਗਾ, ਇਹ ਗੋਲਕ ਵਾਰ-ਵਾਰ ਕਹਿ ਕੇ ਸਿੱਖ ਕੌਮ ਤੇ ਧੱਬਾ ਨਾ ਲਾਓ, ਕਿਉਂਕਿ ਲੜਾਈ ਗੋਲਕਾਂ ਦੀ ਨਹੀਂ। ਗੁਰੂ ਘਰ ਨੇ ਤੇ ਗੋਲਕਾਂ ਜਿਹੜੀਆਂ ਨੇ, ਇਹ ਸੰਗਤ ਦਾ ਪੈਸਾ ਸੰਗਤ ਤੇ ਹੀ ਲੱਗਣਾ ਚਾਹੀਦਾ ਹੈ। ਉੱਥੇ ਚੰਗੇ ਐਜੂਕੇਸ਼ਨ ਦੇ ਸੈਂਟਰ ਖੁੱਲ੍ਹਣ। ਤੁਸੀਂ ਕੀ ਬਦਲਾਵ ਲਿਆਓਗੇ ਹੁਣ? ਹਾਂਜੀ, ਮੈਂ ਜੀ ਮੇਰੀ ਪਹਿਲੀ ਪ੍ਰੈਫਰੈਂਸ ਰਹੇਗੀ ਕਿ 60% ਅਸੀਂ ਸਿੱਖਿਆ 'ਤੇ ਖਰਚ ਕਰਾਂਗੇ ਅਤੇ 30% ਜਿਹੜਾ ਉਹ ਅਸੀਂ ਕਰਾਂਗੇ ਇਹ ਆਪਣਾ ਹੈਲਥ ਦੇ ਖਰਚ, ਅਤੇ ਜਿਹੜਾ 10% ਹੈ ਉਹਦੇ ਨਾਲ ਅਸੀਂ ਲੰਗਰ ਤੇ ਸੰਗਤਾਂ ਉਂਝ ਹੀ ਕਾਫੀ ਗੁਰੂ ਘਰ ਦੇ ਦੇਣੇ ਨੇ, ਕੋਈ ਕਮੀ ਨਹੀਂ। ਅਤੇ ਡੇਰਾ ਕਾਰ ਸੇਵਾ ਵਾਲੇ ਬਾਬੇ ਜਿਹੜੇ ਨੇ ਗੁਰੂ ਘਰ 'ਤੇ ਬਿਲਡਿੰਗਾਂ ਬਣਾਉਣਗੇ। ਇਹ ਕੰਮ ਤੁਸੀਂ ਕਾਰ ਸੇਵਾ ਜਿਹੜੇ ਗੁਰਦੁਆਰਿਆਂ ਨੂੰ ਉਹਨੂੰ ਸੰਗਮਰਮਰ ਨਾਲ ਭਰਨ ਦਾ ਜਿਹੜਾ ਇੱਕ ਨਵੀਂ ਪ੍ਰਥਾ ਬਣ ਗਈ ਹੈ, ਤੁਸੀਂ ਉਹਨੂੰ ਕੰਟੀਨਿਊ ਕਰੋਗੇ? ਨਹੀਂ ਮੈਡਮ ਜੀ, ਇਸ ਤਰ੍ਹਾਂ ਹੈ, ਡੇਰਾ ਕਾਰ ਸੇਵਾ ਵਾਲੇ ਗੁਰੂ ਘਰ ਇੱਕ ਮਹਿਕਮਾ ਬਣਿਆ ਹੈ, ਉਹ ਇੱਕ ਮਹਿਕਮਾ ਬਣ ਚੁੱਕਾ ਹੈ। ਜਿਵੇਂ ਸਾਡੇ ਕਈ ਇਤਿਹਾਸਿਕ ਗੁਰਦੁਆਰੇ ਵੀ ਨੇ ਜਿੱਥੇ ਇੰਨੇ ਸੋਹਣੇ ਪੁਰਾਣੇ ਗੁਰਦੁਆਰੇ ਸੀਗੇ, ਹੁਣ ਅਸੀਂ ਦੇਖਦੇ ਹਾਂ ਸੰਗਮਰਮਰ ਨਾਲ ਬਸ ਇੱਕ ਕਿਉਂ ਖਤਮ ਕਰ ਰਿਹਾ ਸੀ? ਇਹ ਤੁਹਾਡਾ ਕੁਐਸਚਨ ਬਹੁਤ ਵਧੀਆ ਹੈ। ਸਾਡੀ ਬੇਨਤੀ ਹੋਵੇਗੀ ਡੇਰਾ ਕਾਰ ਸੇਵਾ ਵਾਲਿਆਂ ਨੂੰ, ਜਿਹੜੇ ਗੁਰੂ ਘਰ ਕੋਈ ਵੀ ਗੁਰੂ ਘਰ ਬਣਾਏ, ਚਾਹੇ ਡੇਰਾ ਕਾਰ ਸੇਵਾ ਬਣਾਏ ਜਾਂ ਕੋਈ ਨਗਰ ਬਣਾਏ ਜਾਂ ਕੋਈ ਸੰਗਤ ਬਣਾਏ, ਇਹ ਹੋਵੇਗੀ ਕਿ ਉਹ ਗੁਰੂ ਘਰ ਦੀ ਜਿਹੜੀ ਨਿਸ਼ਾਨੀ
ਉਹ ਨਿਸ਼ਾਨੀ ਕਾਇਮ ਰਹਿਣੀ ਚਾਹੀਦੀ ਹੈ। ਉਸ ਨਿਸ਼ਾਨੀ ਦੀ ਵਜ੍ਹਾ ਦੇ ਨਾਲ ਤੁਹਾਡੀ ਹੀ ਬੇਨਤੀ ਕਿਉਂ ਹੋਏਗੀ ਹੁਣ ਤੁਹਾਡੇ ਕੋਲ ਤਾਕਤ ਹੈ ਨਹੀਂ, ਆਪਾਂ ਤਾਕਤ ਵਰਤੀ ਨਹੀਂ, ਗੁਰੂ ਘਰ ਦੀ ਤਾਕਤ ਕਿੱਥੇ? ਨਹੀਂ ਹੁਣ ਤੁਸੀਂ ਪ੍ਰਧਾਨ ਹੋ ਤਾਂ ਤੁਸੀਂ ਇੱਕ ਰੂਲਸ ਤੈਅ ਕਰ ਸਕਦੇ ਹੋ। ਨਹੀਂ ਇੱਕ ਰੂਲ ਤੈਅ ਜਿੱਥੇ ਅੱਜ ਦੇਖੋ ਉਸੇ ਰੂਲ ਬਣਾਵਾਂਗੇ। ਨਹੀਂ ਮੇਰੀ ਗੱਲ ਤੁਸੀਂ ਆਪ ਹੀ ਕਹਿੰਦੇ ਹੋ ਕਿ ਤੁਸੀਂ ਘੱਟ ਗਿਣਤੀ ਹੋ, ਉੱਥੇ ਇੱਕ ਪੜ੍ਹਿਆ ਲਿਖੇ ਨੌਜਵਾਨ ਮੁੰਡਾ ਕੁੜੀ ਕੌਮ ਨੂੰ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਜਾਂ ਅਸੀਂ ਸਾਨੂੰ ਸੰਗਮਰਮਰ ਨਾਲ ਕੋਈ ਦੀਵਾਰ ਜਾਂ ਉਹ ਇਮਾਰਤ ਬਣਾਉਣੀ, ਇਹ ਤੁਸੀਂ ਮੰਨਦੇ ਹੋ ਕਿ ਨਹੀਂ ਮੰਨਦੇ ਹੋ? ਜੀ ਜ਼ਰੂਰਤ ਹੈ ਤਾਂ ਫਿਰ ਤੁਸੀਂ ਜਦ ਇੰਨੀ ਲੰਬੀ ਲੜਾਈ ਲੜੀ ਹੈ ਉਹਦਾ ਕੋਈ ਇਹੋ ਜਿਹਾ ਹੱਲ ਮਤਲਬ ਅਸਰ ਦੇਖਾਂਗੇ ਅਸੀਂ ਕਿ ਜੋ ਗਲਤ ਚੀਜ਼ਾਂ ਹੋ ਰਹੀਆਂ, ਅਸੀਂ ਬੜੀ ਸਾਦਗੀ ਵਾਲਾ ਧਰਮ ਹੈ ਸਾਡਾ। ਬਾਬਾ ਨਾਨਕ ਕਦੀ ਇਹੋ ਜਿਹੇ ਕੰਮ ਉਹ ਦੇਖਣ ਤਾਂ ਮੇਰੇ ਖਿਆਲ ਉਹਨਾਂ ਨੂੰ ਦੇਖਦੇ ਹੋਣ ਤੇ ਰੂਹ ਉਹਨਾਂ ਦੀ ਖੋਲਦੀ ਹੋਏਗੀ ਕਿ ਮੈਂ ਕੀ ਧਰਮ ਦਿੱਤਾ ਸੀ, ਕੀ ਸੋਚ ਦਿੱਤੀ ਸੀ ਤੇ ਅੱਜ ਕਰ ਕੀ ਰਹੇ। ਸੋ ਉਹਨਾਂ ਚੀਜ਼ਾਂ ਤੇ ਠੱਲ ਪਾਈ ਕਿ ਨਹੀਂ ਪਈ? ਹਾਂਜੀ ਹਾਂਜੀ, ਮੈਂ ਇਹ ਬੇਨਤੀ ਕਰ ਰਿਹਾ ਸਾਂ ਤੁਹਾਨੂੰ ਕਿ ਸਾਨੂੰ ਟਾਈਮ ਮਿਲਿਆ ਉਸ ਮਹਾਂਪੁਰਖ ਅਕਾਲ ਪੁਰਖ ਦੀ ਕਿਰਪਾ ਨਾਲ, ਗੁਰੂ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ, ਗੁਰੂਆਂ ਦੇ ਸਾਡੇ ਨਾਲ, ਇਹ ਜਿਹੜਾ ਸਾਨੂੰ ਹਰਿਆਣੇ ਦੇ ਸਿੱਖਾਂ ਨੂੰ ਟਾਈਮ ਮਿਲਿਆ ਹੈ। ਮੈਂ ਇਹ ਗੱਲ ਕਰ ਰਿਹਾ ਸਾਂ ਐਜੂਕੇਸ਼ਨ ਵੱਲ ਧਿਆਨ ਦਿੱਤਾ ਜਾਏਗਾ ਅਤੇ ਹੈਲਥ ਵੱਲ ਧਿਆਨ ਦਿੱਤਾ ਗਿਆ। ਮੈਂ ਅਨਾਉਂਸਮੈਂਟ ਕੀਤਾ ਕਿ ਅਸੀਂ 6ਵੀਂ ਪਾਤਸ਼ਾਹੀ ਡਾਇਲਸਿਸ ਸੈਂਟਰ ਸਭ ਤੋਂ ਪਹਿਲਾਂ ਖੋਲਾਂਗੇ, ਨਾਲ ਲੈਬੋਰੇਟਰੀ ਖੋਲਾਂਗੇ, ਕਿਉਂਕਿ ਡਾਇਲਸਿਸ ਜੇ ਕਿ ਇਹੋ ਜਿਹੀ ਚੀਜ਼ ਹੈ ਜਿਹੜੀ ਗਰੀਬ ਆਦਮੀ 15-20 ਦਿਨ ਤੋਂ ਬਾਅਦ ਐਡਾ ਵੱਡਾ ਖਰਚਾ ਨਹੀਂ ਚੁੱਕ ਸਕਦਾ। ਅਸੀਂ ਉਹ ਖੋਲਾਂਗੇ। ਦੂਜਾ ਅਸੀਂ ਡਾਇਲਸਿਸ ਸੈਂਟਰ ਸਰਸੇ ਖੋਲਾਂਗੇ ਕਿਉਂਕਿ ਹਰਿਆਣਾ ਸਰਸਾ ਤੇ ਉਹ ਬਹੁਤ ਦੂਰ ਪੈਂਦੇ ਨੇ। ਉਸ ਤੋਂ ਬਾਅਦ ਅਸੀਂ ਜਿਸ ਤਰ੍ਹਾਂ ਜਿੱਥੇ ਸਿੱਖਿਆ ਸਥਾਨ ਹੋਏ, ਜਿਵੇਂ ਸਾਡੇ ਕੋਲ 700 ਏਕੜ ਜ਼ਮੀਨ ਜੀਂਦ ਗੁਰਦੁਆਰਾ ਸਾਹਿਬ ਵਿੱਚ ਉਹ ਸੈਂਟਰ 'ਚ ਹਰਿਆਣੇ ਦੇ ਪੈਂਦਾ, ਉੱਥੇ ਸਿੱਖ ਯੂਨੀਵਰਸਿਟੀ ਸਥਾਪਿਤ ਕਰਾਂਗੇ। ਪੰਜਾਬੀ ਧਰਮ ਨੂੰ ਪਹਿਲ ਦੇਵਾਂਗੇ। ਆਫਿਸਾਂ ਦਫ਼ਤਰਾਂ ਵਿੱਚ ਅਸੀਂ ਕੋਈ ਵੀ ਸਰਕਾਰ ਹੈ ਉਹਦੇ 'ਤੇ ਪ੍ਰੈਸ਼ਰ ਕਰਾਂਗੇ ਕਿ ਪੰਜਾਬੀ ਨੂੰ ਆਫਿਸੀ ਤੌਰ 'ਤੇ ਲਾਗੂ ਕੀਤਾ ਜਾਏ। ਸਾਡੀ ਦਫ਼ਤਰਾਂ ਦੇ ਵਿੱਚ ਵੀ ਦਫ਼ਤਰੀ ਤੌਰ 'ਤੇ ਪੰਜਾਬੀ ਦੀ ਚਿੱਠੀ ਗੱਲ ਮੰਨੀ ਜਾਏ। ਅਤੇ ਜਿਹੜਾ 25 ਧਾਰਾ ਦਾ ਐਕਟ ਹੈ ਉਹ ਵੀ ਅਸੀਂ ਪ੍ਰਧਾਨ ਮੰਤਰੀ ਨੂੰ ਲੈਟਰ ਲਿਖਾਂਗੇ। 25 ਧਾਰਾ ਦਾ ਐਕਟ ਜਿਹੜਾ ਇਹ ਸਿੱਖ ਧਰਮ ਨੂੰ ਵੱਖਰਾ ਧਰਮ ਹੀ ਨਹੀਂ ਮੰਨਦਾ, ਉਹ ਵੀ ਲੈਟਰ ਲਿਖਾਂਗੇ। ਬਾਕੀ ਰਹਿ ਗਈ ਗੁਰੂ ਮਹਾਰਾਜ ਦੇ ਡੇਰਾ ਕਾਰ ਸੇਵਾ ਨੇ, ਉਹਨਾਂ ਨੂੰ ਇਹ ਬੇਨਤੀ ਕੀਤੀ ਜਾਏਗੀ ਕਿਉਂਕਿ ਚਲੋ ਉਹ ਵੀ ਮਹਾਂਪੁਰਖ ਨੇ ਜਿਹੜੇ ਸੇਵਾ ਕਰਵਾਉਣ ਨੇ, ਆਪਾਂ ਨੇ ਮਹਾਂਪੁਰਖ ਅਸੀਂ ਆਪਣੇ ਗੁਰੂਆਂ ਦੀ ਸਿੱਖਿਆ ਦੇ ਮੁਤਾਬਿਕ ਚੱਲਣਾ ਨਾ, ਉਹਨਾਂ ਤੇ ਲਾਗੂ ਕਿਤੇ ਨਹੀਂ ਚੱਲ ਸਕਦੇ ਕਿਉਂਕਿ ਇਹ ਵੀ ਧੰਦਾ ਹੀ ਬਣੀ ਜਾਂਦਾ ਹੈਗਾ। ਹਾਂ ਚਲੋ ਆਪਾਂ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਕੋਈ ਵੀ ਵੇਖੋ ਬਿਲਡਿੰਗ ਚੰਗੀ ਬਣਾਉਣੀ, ਚੰਗਾ ਘਰ ਬਣਾਉਣਾ ਮਾੜੀ ਗੱਲ ਨਹੀਂ, ਪਰ ਉਹ ਜਿਹੜੀਆਂ ਨਿਸ਼ਾਨੀਆਂ ਨੇ ਗੁਰੂ ਸਾਹਿਬਾਨ ਦੀਆਂ ਜਿਨ੍ਹਾਂ ਕਰਕੇ ਉਹ ਗੁਰੂ ਘਰ ਬਣਾਏ ਗਏ ਨੇ। ਹੁਣ ਇੱਕ ਥਾਂ 'ਤੇ ਗੁਰੂ ਸਾਹਿਬ ਨੇ ਆਣ ਕੇ ਬੈਠ ਗਏ, ਉਹ ਥੜੇ ਨੂੰ ਢਾਹ ਦਿੱਤਾ ਗਿਆ। ਕਿਉਂ ਢਾਹ ਦਿੱਤਾ ਗਿਆ? ਇਹਦਾ ਮਤਲਬ ਥੜਾ ਸਾਹਿਬ ਗੁਰਦੁਆਰਾ ਹੈ ਤੇ ਤੁਸੀਂ ਉਹ ਥੜੇ ਨੂੰ ਢਾਹ ਰਹੇ ਹੋ। ਨਨਕਾਣਾ ਨਾਡਾ ਸਾਹਿਬ ਵੀ ਤਾਂ ਇਹ ਹੋਇਆ। ਨਾਡਾ ਸਾਹਿਬ ਮੈਂ ਨਾ ਜੀ ਇਹ ਹਰ ਥਾਂ ਹੋ ਰਿਹਾ ਪਰ ਕਿਸੇ ਠੱਲ ਨਹੀਂ ਪਾਈ। ਇਹ ਅਸੀਂ ਨਵੀਂ ਪਿਰਤ ਪਾਵਾਂਗੇ, ਜਿਹੜੀ ਗੁਰੂ ਘਰ ਦੀ ਨਿਸ਼ਾਨੀ ਸਾਨੂੰ ਮਿਲੇਗੀ। ਨਾਡਾ ਸਾਹਿਬ ਜਾਂਦੇ ਸੀਗੇ, ਪੁਰਾਣਾ ਗੁਰਦੁਆਰਾ ਸੀਗਾ, ਉਹਦੇ ਨਾਲ ਜਾ ਕੇ ਕਿੱਥੇ ਇਤਿਹਾਸ ਨਾਲ ਜੁੜਦੇ ਸੀਗੇ। ਉਹ ਹੁਣ ਉਹਨੂੰ ਪੁਰਾਣਾ ਗੁਰਦੁਆਰਾ ਤੇ ਖਤਮ ਹੀ ਹੋ ਗਿਆ, ਜਿੱਥੇ ਮੱਥਾ ਟੇਕੀਦਾ ਸੀਗਾ, ਜਿੱਥੋਂ ਪਹਾੜੀ ਤੋਂ ਦੇਖਿਆ ਸੀ ਕभी ਇੱਥੇ ਕਦੀ ਗੁਰੂ ਸਾਹਿਬ ਆਏ ਸੀਗੇ। ਉਹ ਉੱਥੇ ਵੱਡੇ ਹਟਾ ਕੇ 4 ਸੰਗਮਰਮਰ ਦੇ ਕਮਰੇ ਪਾਤੇ। ਉੱਥੇ ਜਾ ਕੇ ਮਤਲਬ ਸਾਨੂੰ ਸਾਡਾ ਬਚਪਨ ਜਿਹੜਾ ਸਿੱਖੀ ਨਾਲ ਜੋੜਦਾ ਸੀ ਉਹ ਹੁਣ ਹੈ ਹੀ ਨਹੀਂ। ਹੁਣ ਸਿਰਫ ਸੰਗਮਰਮਰ ਦੇ ਕਮਰੇ ਤੇ ਵੱਡੀ ਚੀਜ਼ਾਂ। ਸੋ ਕਾਰ ਸੇਵਾ ਦਾ ਜੋ ਨੁਕਸਾਨ ਹੋ ਰਿਹਾ ਹੈ ਉਹਦੇ ਬਾਰੇ ਕੋਈ ਸੋਚੇਗਾ? ਹਾਂਜੀ, ਇਸ ਟਾਈਮ ਜਿਹੜੀ ਮੈਂ ਕਹਿ ਰਿਹਾ ਵੀ ਜਿਹੜੇ ਤੇ ਇਹਨਾਂ ਹੁਣ ਤਾਂ ਗੁਰੂ ਘਰ ਦੇ ਨਾਲ ਬਣ ਸਕਦਾ ਸੀ, ਚਲੋ ਚੰਗਾ ਘਰ ਬਣਾਉਣਾ ਚੰਗੀ ਗੱਲ ਨਹੀਂ, ਪਰ ਉਹ ਗੁਰੂ ਘਰ ਦੀ ਨਿਸ਼ਾਨੀ ਜਿਹੜੀ ਪੁਰਾਣੀ ਗੁਰੂ ਸਾਹਿਬ ਦੇ ਟਾਈਮ ਤੇ ਬਣਾਈ ਗਈ ਸੀ ਉਹਨੂੰ ਨਹੀਂ ਸੀ ਟਾਣਾ ਚਾਹੀਦਾ। ਉਹ ਰੱਖੀ ਰਹੀ ਜਾਂਦੀ ਅਲੱਗ ਭਾਵੇਂ ਨੂੰ ਸ਼ੀਸ਼ੇ ਜਿਹੜਾ ਦਿੰਦੇ, ਕੀ ਫਰਕ ਪੈਂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ? ਹੋਰ ਬੜਾ ਵੱਡਾ ਸਵਾਲ ਹੈਗਾ ਕਿ ਜਿਹੜਾ ਸਾਡਾ ਕੈਲੰਡਰ ਹੈ ਤੁਸੀਂ ਕਿਹੜਾ ਮੰਨੋਗੇ ਨਾ? ਚਲੋ ਇਹ ਤਾਂ ਵੈਸੇ ਇਸ ਤਰ੍ਹਾਂ ਮੈਡਮ ਜੀ ਇਹ ਤਾਂ ਡਿਸਪਿਊਟਿਡ ਸਵਾਲ ਹੈ, ਇਹਦੇ ਬਾਰੇ ਕੋਖ ਆਪਾਂ ਕਰਾਂਗੇ ਵੀ ਕਿਹੜਾ ਸਾਨੂੰ ਮੰਨਣਾ ਚਾਹੀਦਾ। ਤੁਸੀਂ ਅਜੇ ਕੋਖ ਕੀਤੀ ਨਹੀਂ ਇਹਦੇ ਬਾਰੇ ਕੋਖ ਕਰਨ ਦੀ ਲੋੜ ਕਿਉਂ ਪੈਂਦੀ ਹੈ? ਜਦੋਂ ਸਾਡੇ ਗੁਰੂ ਨਾਨਕ ਨੇ, ਬਾਬਾ ਨਾਨਕ ਸਾਨੂੰ ਕਹਿ ਗਏ ਕਿ ਸੂਰਜ ਹੈਗਾ, ਸੂਰਜ ਦੀ ਚਾਲ ਨੂੰ ਅਸੀਂ ਛੱਡ ਕੇ ਕਿਉਂ ਅਸੀਂ ਇੰਨਾ ਵੱਡਾ ਪਾਪ ਕਰਨ ਨੂੰ ਤਿਆਰ? ਮੈਂ ਜਦੋਂ ਸਰਨਾ ਸਾਹਿਬ ਪ੍ਰਧਾਨ ਹੁੰਦੇ ਸਨ ਉਦੋਂ ਮੈਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਹਿੱਸਾ ਮੈਂਬਰ ਸਾਂ ਮੈਂ, ਅਤੇ ਇਸ ਚੀਜ਼ ਬਹੁਤ ਚਰਚਾ ਹੁੰਦੀ ਰਹੀ। ਪਰ ਹਰ ਜਗ੍ਹਾ ਆਣ ਕੇ ਫਿਰ ਉਹੀ ਗੱਲ ਹੋ ਜਾਂਦੀ, ਅੱਧੇ ਉੱਧਰ ਹੋ ਜਾਂਦੇ, ਅੱਧੇ ਉੱਧਰ। ਕੋਈ ਨਾਨਕਸ਼ਾਹੀ ਕੈਲੰਡਰ ਮੰਨਣ ਲੱਗ ਪੈਂਦਾ, ਕੋਈ ਨਵਾਂ ਕੈਲੰਡਰ, ਕੋਈ ਪੁਰਾਣਾ ਕੈਲੰਡਰ। ਉਹਦੇ 'ਚ ਆਪਾਂ ਕੋਸ਼ਿਸ਼ ਕਰਾਂਗੇ ਜੇ ਪਰਮਾਤਮਾ ਨੇ ਇਹ ਬਾਲ ਬਖਸ਼ਿਆ ਸੇਵਾ ਸੌਂਪੀ ਤਾਂ ਆਪਾਂ ਕੋਸ਼ਿਸ਼ ਕਰਾਂਗੇ ਕੋਈ ਚੰਗਾ ਮਸਲਾ ਹੱਲ ਇਹਦਾ ਕੀਤਾ ਜਾਏ। ਸਭ ਤੋਂ ਵੱਡੀ ਜਿਹੜੀ ਦਿੱਕਤ
ਸਿੱਖ ਕੌਮ ਨੂੰ ਆ ਰਹੀ ਹੈ ਕਿ ਨੌਜਵਾਨ ਪੀੜ੍ਹੀ ਸਿੱਖੀ ਦੇ ਅਸਲ ਜਿਹੜੀ ਪਰਿਭਾਸ਼ਾ ਉਹ ਤੋਂ ਬਹੁਤ ਪਰੇ, ਉਹਨੂੰ ਸਮਝ ਨਹੀਂ ਆਉਂਦਾ। ਉਹਨੂੰ ਲੱਗਦਾ ਹੈ ਕਿ ਸਿੱਖੀ ਦਾ ਮਤਲਬ ਹੈ ਜਾਂ ਤੇ ਉਹਨੂੰ ਤੁਸੀਂ ਡਾਂਗਾ ਲੈਣੀਆਂ ਜਾਂ ਮਾਰਨੀਆਂ, ਜਾਂ ਸਿਰਫ ਦਿਖਵਲ ਰਹਿ ਗਈ ਹੈ। ਜਿਹੜੀ ਸਿੱਖੀ ਸਾਨੂੰ ਸਿਖਾਈ ਗਈ ਸੀ ਬਚਪਨ ਵਿੱਚ, ਜੋ ਹੈ ਅਸਲ ਸਿੱਖੀ, ਦਸਵੰਧ ਕੱਢਣਾ, ਬਰਾਬਰੀ, ਜਾਤ ਪਾਤ, ਉਹ ਗੱਲਾਂ ਤੇ ਰਹਿ ਨਹੀਂ ਗਿਆ। ਸੋ ਤੁਸੀਂ ਉਹਦੇ ਬਾਰੇ ਕੁਝ ਸੋਚਿਆ, ਉਹਦੇ ਬਾਰੇ ਕੁਝ ਕੰਮ ਕਰਨ ਬਾਰੇ, ਕਿਸ ਤਰ੍ਹਾਂ ਸੱਚੀ ਸਿੱਖੀ ਲਿਆਈ ਜਾਵੇ? ਜੀ, ਮੈਨੂੰ ਕੁਝ ਨੌਜਵਾਨ ਮਿਲੇ ਸਨ, ਉਹ ਕਹਿੰਦੇ ਸਨ ਕਿ ਅਸੀਂ ਤੁਹਾਡੇ ਨਾਲ ਮੀਟਿੰਗ ਕਰਨੀ ਹੈ। ਮੈਂ ਉਹਨਾਂ ਨੌਜਵਾਨਾਂ ਨੂੰ ਕਿਹਾ ਹੈ ਵੀ ਨੌਜਵਾਨਾਂ ਨੇ ਸਿੱਖੀ ਵੀ ਰੋਲ ਦਿੱਤੀ ਤੇ ਆਪਣੀ ਦੇਹ ਵੀ ਰੋਲ ਦਿੱਤੀ, ਨਸ਼ਿਆਂ 'ਚ ਲੱਗ ਗਏ, ਸਿੱਖੀ ਪੁਣੇ ਵੱਲ ਲੱਗ ਗਏ, ਨਾਈਆਂ ਦੇ ਕੋਲ ਇਸ ਤਰ੍ਹਾਂ ਦੇ ਸਿਸਟਮ ਬਣਾਉਣੇ, ਪੱਗ ਨਹੀਂ, ਤੁਸੀਂ ਸਿੱਖ ਰਹੇ ਨਹੀਂ ਤੇ ਤੁਸੀਂ ਇਸ ਤਰ੍ਹਾਂ ਕਰੋ। ਇੱਕ ਹਰਿਆਣੇ ਦੇ ਵਿੱਚ ਸਾਰੇ ਨੌਜਵਾਨ ਸਿੱਖਾਂ ਦੀ ਆਪਾਂ ਇੱਕ ਕਾਨਫਰੰਸ ਕਰਾਂਗੇ, ਉਹਦੇ ਵਿੱਚ ਨੌਜਵਾਨਾਂ ਉੱਤੇ ਬਰਜ ਖਰੇ ਕੀਤਾ ਕਰਿਆ ਜਾਏਗਾ, ਉਹਨਾਂ ਦੇ ਨਸ਼ੇ ਛਡਵਾਉਣੇ ਤੇ ਉਹਨਾਂ ਨੂੰ ਸਿੱਖੀ ਧਰਮ ਦੇ ਨਾਲ ਜੋੜਨਾ। ਹਰਿਆਣੇ ਦੇ ਵਿੱਚ ਨੌਜਵਾਨ ਨਸ਼ਾ ਕਰਦੇ ਨੇ? ਨਹੀਂ, ਹਰ ਥਾਂ ਕਰਦੇ ਨੇ, ਪਰ ਅਸੀਂ ਤੇ ਹੁਣ ਸਾਡੇ ਕੋਲ ਤੇ ਹਰਿਆਣੇ ਦਾ ਪ੍ਰਬੰਧ ਹੈ, ਅਸੀਂ ਤੇ ਹਰਿਆਣੇ ਦੀ ਗੱਲ ਕਰਾਂਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇ, ਵਰਲਡ ਲੈਵਲ ਤੇ ਕਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਉਂਕਿ ਉਹ ਪਾਰਲੀਮੈਂਟ ਸਿੱਖਾਂ ਦੀ, ਉਹ ਕਰੇ ਵਰਲਡ ਲੈਵਲ ਤੇ, ਪੰਜਾਬ ਵਿੱਚ ਕਰੇ। ਤੁਹਾਡੀ ਜਥੇਦਾਰ ਸਾਹਿਬ ਨਾਲ ਗੱਲ ਹੋਈ? ਹਾਂਜੀ, ਤੁਹਾਡੇ ਅਕਾਲ ਤਖਤ ਜਥੇਦਾਰ ਨਾਲ ਗੱਲ ਹੋਈ? ਨਹੀਂ, ਮੇਰੀ ਅਜੇ ਤੱਕ ਗੱਲ ਨਹੀਂ ਹੋ ਸਕੀ ਤੇ ਮੈਂ ਹੁਣ ਛੇਤੀ ਸੋਚ ਰਿਹਾ ਵੀ ਸਾਡਾ 7 ਤਰੀਕ ਨੂੰ ਸ਼ੁਕਰਾਨਾ ਦਾ ਹਰਿਆਣਾ ਸਰਕਾਰ ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਕੇ 7 ਤਰੀਕ ਨੂੰ ਨਾਢਾ ਸਾਹਿਬ ਅਖੰਡ ਪਾਠ ਸਾਹਿਬ ਸ਼ੁਰੂ ਕਰਨੇ ਨੇ, ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਕਿ ਉਸ ਮਹਾਰਾਜ ਦੀ ਕਿਰਪਾ ਕਰਕੇ। ਐਸੀ ਕਹਿ ਰਹੇ ਨੇ ਤੁਸੀਂ ਸਰਕਾਰ ਨਾਲ ਮਿਲ ਕੇ ਸ਼ੁਕਰਾਨਾ ਕਰ ਰਹੇ ਹੋ, ਇਸ ਲਈ ਕਹਿ ਰਹੇ ਨੇ ਤੁਸੀਂ ਬੀਜੇਪੀ ਨਾਲ ਜੁੜੇ ਹੋ? ਇਸ ਤਰ੍ਹਾਂ ਜੀ, ਸਰਕਾਰ ਨਾਲ ਮਿਲ ਕੇ ਸ਼ੁਕਰਾਨਾ ਨਹੀਂ ਕਰ ਰਹੇ, ਸਰਕਾਰ ਵੀ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨਾ ਚਾਹੁੰਦੀ ਹੈ ਤੇ ਅਸੀਂ ਵੀ ਗੁਰੂ ਮਹਾਰਾਜ ਦਾ ਸ਼ੁਕਰਾਨਾ। ਸਰਕਾਰ ਨੂੰ ਕਿਉਂ ਲੋੜ ਪੈਗੀ ਸ਼ੁਕਰਾਨਾ ਕਰਨ ਦੀ? ਇਹ ਸਰਕਾਰ ਦੀ, ਹੁਣ ਤੁਸੀਂ ਕਹੋ ਵੀ ਅਸੀਂ ਸ਼ੁਕਰਾਨਾ ਕਰਨਾ ਚਾਹੁੰਦੇ ਹਾਂ, ਸਪੋਕਸਮੈਨ ਵਾਲੇ ਗੁਰੂ ਘਰ ਦਾ ਸ਼ੁਕਰਾਨਾ ਕਰਨਾ ਚਾਹੁੰਦੇ ਹੋ। ਨਹੀਂ, ਇਹ ਤਾਂ ਸਰਕਾਰ ਕੋਲੋਂ ਪੁੱਛੋ, ਤੁਹਾਨੂੰ ਕੀ ਲੋੜ ਪੈਗੀ? ਧਾਰਮਿਕ ਮਸਲਾ ਹੈ ਨਾ, ਤੁਸੀਂ ਉਹਨਾਂ ਨਾਲ ਮਿਲ ਕੇ ਸ਼ੁਕਰਾਨੇ ਦਾ ਪਾਠ ਕਰ ਰਹੇ, ਇਸ ਲਈ ਪੁੱਛ ਰਹੇ ਹਾਂ। ਮੈਂ ਮੈਡਮ ਜੀ ਇਹੀ ਕਹਿ ਰਿਹਾ ਵੀ ਇਹ ਤਾਂ ਤੁਸੀਂ ਸੀਐਮ ਸਾਹਿਬ ਨੂੰ ਪੁੱਛੋ, ਤੁਸੀਂ ਕਿਉਂ ਸ਼ੁਕਰਾਨਾ ਕਰ ਰਹੇ ਹੋ? ਹੁਣ ਹੁੱਡਾ ਸਾਹਿਬ ਨੇ ਕਮੇਟੀ ਗਠਿਤ ਕੀਤੀ, ਹੁੱਡਾ ਸਾਹਿਬ ਦਾ ਹੀ ਧੰਨਵਾਦ ਕਰਨੇ ਆ। ਖੱਟਰ ਸਾਹਿਬ ਦੇ ਟਾਈਮ ਤੇ ਕਮੇਟੀ ਬਣੀ ਕਾਨੂੰਨੀ ਤੌਰ ਤੇ। ਲੱਗਦਾ ਨਹੀਂ ਹੈ ਕਿ ਇੱਕ ਪਾਸੇ ਅਸੀਂ ਮੰਨਦੇ ਹਾਂ ਕਿ ਮੇਰੀ ਪੀੜ੍ਹੀ ਦੀ ਸੋਚ ਸੀ, ਪਰ ਦੂਜੇ ਪਾਸੇ ਜੋ ਅਸੀਂ ਅੱਜ ਦੇ ਹਾਲਾਤ ਦੇਖ ਰਹੇ ਹਾਂ, ਜੇ ਸਿਆਸਤ ਦੀ ਦਖਲ ਨਾ ਹੋਵੇ ਧਰਮ ਦੇ ਮਸਲਿਆਂ ਵਿੱਚ, ਧਰਮ ਠੀਕ ਰਹੇਗਾ? ਜਿਹੜੀ ਸਿਆਸਤ ਦੀ ਦਖਲ ਹੈ ਉਹਨੇ ਸਾਨੂੰ ਬਹੁਤ ਨੁਕਸਾਨ ਦਿੱਤਾ। ਮੈਡਮ ਜੀ, ਮੈਂ ਕੁਝ ਦਿਨ ਪਹਿਲਾਂ ਹਰਿਆਣਾ ਨਿਵਾਸ ਦੇ ਵਿੱਚ ਸੀਐਮ ਸਾਹਿਬ ਦਾ ਧੰਨਵਾਦ ਕਰਨ ਆਇਆ, 400-500 ਸੰਗਤ ਉੱਥੇ ਇਕੱਠੀ ਹੋਈ ਸੀ ਤੇ ਮੈਨੂੰ ਸੀਐਮ ਸਾਹਿਬ ਕਹਿਣ ਲੱਗੇ ਵੀ ਝੰਡਾ ਸਾਹਿਬ ਆਪਣੇ ਵਿਚਾਰ ਰੱਖਣਗੇ। ਮੈਂ ਉੱਥੇ ਗੱਲ ਕਰਦਿਆਂ ਗੱਲ ਕਹੀ ਕਿ 1925 ਜਦੋਂ ਐਕਟ ਬਣਿਆ ਸੀ, ਉਦੋਂ ਡੇਰੇਵਾਦ ਤੇ ਮਸੰਦਾਂ ਨੇ ਇੰਨੀ ਅੱਤ ਚਾਈ ਸੀ ਸੀਐਮ ਸਾਹਿਬ ਕਿ ਡੇਰਿਆਂ ਦੇ ਵਿੱਚ ਗੁਰੂ ਘਰ ਦੇ ਡੇਰੇਦਾਰ ਤੇ ਮਸੰਦ ਵੜਨ ਨਹੀਂ ਸਨ ਦਿੰਦੇ। ਉਹਨਾਂ ਨੂੰ ਆਜ਼ਾਦ ਕਰਵਾਉਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਮ ਹੋਇਆ। ਹੁਣ ਵੀ ਕਿਰਪਾ ਕਰਿਆ ਜੇ, ਇਸ ਗੱਲ ਵੱਲ ਧਿਆਨ ਜ਼ਰੂਰ ਰੱਖਿਆ ਜੇ ਕਿ ਉਹ ਜੀ ਨੋਬਤ ਦੁਬਾਰਾ ਨਾ ਆ ਜਾਏ। ਦੂਜੀ ਗੱਲ, ਮੈਂ ਇੱਕ ਦੁਆ ਉਹਨਾਂ ਨੂੰ ਪੜ੍ਹ ਕੇ ਸੁਣਾਇਆ। ਮੈਂ ਕਿਹਾ, ਰਾਜ ਬਿਨਾ ਨਹੀਂ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਸਾਡੇ ਗੁਰੂ ਮਹਾਰਾਜ ਨੇ ਵੀ ਇਹ ਗੱਲ ਕੀਤੀ, ਸਾਰਿਆਂ ਨੇ ਕੀਤੀ ਬਈ ਰਾਜ ਤੋਂ ਬਿਨਾ ਧਰਮ ਵੀ ਨਹੀਂ ਚੱਲ ਸਕਦੇ। ਪਰ ਸੀਐਮ ਸਾਹਿਬ ਉੱਠੇ ਜਦੋਂ, ਆਖਣ ਲੱਗੇ ਝਿੰਡਾ ਸਾਹਿਬ ਦੀ ਮੈਂ ਥੋੜ੍ਹੀ ਜਿਹੀ ਗੱਲ ਨਾਲ ਨਹੀਂ ਸਹਿਮਤ ਵੀ ਜੇ ਕਿਤੇ ਇਹ ਝਿੰਡਾ ਸਾਹਿਬ ਕਹਿ ਦੇਣ ਵੀ ਧਰਮ ਬਿਨਾ ਨਹੀਂ ਰਾਜ ਚਲੇ ਹੈ। ਮੈਂ ਸੀਐਮ ਸਾਹਿਬ, ਚਲੋ ਇਹ ਸਾਡੇ ਦੁਆ ਗੁਰੂਆਂ ਨੇ ਪੜ੍ਹਿਆ, ਪਰ ਗੁਰੂ ਮਹਾਰਾਜ ਨੇ ਮੈਂ ਉਹਨਾਂ ਨੂੰ ਐਗਜ਼ਾਮਪਲ ਦਿੱਤੀ। ਪਰ 6ਵੇਂ ਗੁਰੂ ਸਾਹਿਬ ਨੇ ਜਿੱਥੇ ਰਾਜ ਬਿਨਾ ਨਹੀਂ ਧਰਮ ਚਲੇ ਇਹ ਗੱਲ ਚਲਾਈ, ਉੱਥੇ ਇਹ ਵੀ ਗੱਲ ਕਹੀ ਵੀ ਧਰਮ ਉੱਤੇ ਰਹੇਗਾ ਤੇ ਰਾਜ ਉਹਦੇ ਪੈਰਾਂ ਥੱਲੇ ਰਹੇਗਾ। ਤੇ ਜਿਹੜਾ ਹਰਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਬਣਿਆ, ਅਕਾਲ ਤਖਤ ਸਾਹਿਬ ਤੇ ਹਰਮੰਦਰ ਨੀਵਾਂ ਤੇ ਅਕਾਲ ਸਾਹਿਬ ਇਸੇ ਕਰਕੇ ਉੱਚਾ ਹੈ ਕਿ ਜਿਹੜੇ ਇੱਥੇ ਫੈਸਲੇ ਹੋਣ ਉਸ ਗੁਰੂ ਮਹਾਰਾਜ ਤੋਂ ਡਰ ਕੇ ਫੈਸਲੇ ਹੋਣ, ਕੋਈ ਗਲਤ ਫੈਸਲਾ ਨਾ ਹੋ ਸਕੇ। ਤੁਹਾਡੇ ਸਾਹਮਣੇ ਕੋਈ ਇਹੋ ਜਿਹਾ ਕਦੀ ਫੈਸਲਾ ਲਿਆ ਗਿਆ ਤੁਹਾਨੂੰ ਲੱਗਦਾ ਜਿਹਦੇ ਵਿੱਚ ਸਿਆਸਤ ਨੇ ਇਹੋ ਜਿਹਾ ਕੰਮ ਕੀਤਾ ਜਦ ਧਰਮ ਨੂੰ ਨੁਕਸਾਨ ਹੋਇਆ? ਮੈਂ ਨਾ ਬਾਦਲ ਸਾਹਿਬ ਅੱਜ ਤੱਕ ਲੈਂਦੇ ਹੀ ਇਹੋ ਜਿਹੇ ਫੈਸਲੇ ਰਹੇ ਨੇ, ਉਹਨਾਂ ਨੇ ਤਾਂ ਕਦੀ ਇਹ ਸੋਚਿਆ ਹੀ ਨਹੀਂ ਇੱਥੇ ਧਰਮ ਨੂੰ ਨੁਕਸਾਨ ਹੋ ਰਿਹਾ, ਸਿੱਖੀ ਨੂੰ ਨੁਕਸਾਨ ਹੋ ਰਿਹਾ। ਕੋਈ ਇੱਕ ਫੈਸਲਾ ਜੋ ਤੁਹਾਨੂੰ ਬਹੁਤ ਦੁੱਖ ਦੇ ਗਿਆ ਹੋਇਆ? ਨਹੀਂ, ਦੁੱਖ ਕੀ ਦੇਣਾ ਮੈਨੂੰ, ਇਹ ਤੋਂ ਵੱਧ ਕੀ ਦੁੱਖ ਦੇਣਾ ਵੀ ਝਿੰਡਾ ਸਾਹਿਬ ਜਿਹੜੇ ਨੇ ਇਹ ਹਰਿਆਣਾ ਕਮੇਟੀ ਦੀ ਮੰਗ ਕਿਉਂ ਕਰਦੇ ਨੇ, ਇਸ ਕਰਕੇ ਉਹਨਾਂ ਨੂੰ ਪੰਥ ਚੋਂ ਕੱਢ ਦਿੱਤਾ ਜਾਏ। ਹੋਰ ਕੀ ਮੈਨੂੰ ਇਸ ਤੋਂ ਵੱਧ ਦੁੱਖ ਹੋਣਾ। ਫਿਰ ਮੈਨੂੰ ਸੇਵਾ ਲਾਈ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ, ਸਰਦਾਰ ਗੁਰਬਚਨ ਸਿੰਘ ਜੀ, ਜਥੇਦਾਰ ਗੁਰਬਚਨ ਸਿੰਘ ਜੀ ਸਾਡੇ ਮੁੱਖ ਸੇਵਾਦਾਰ ਸਨ, ਸਾਰੇ ਤਖਤਾਂ ਦੇ ਜਥੇਦਾਰ ਬੈਠੇ ਤੇ ਮੈਂ ਸਰਦਾਰ ਗੁਰਬਚਨ ਸਿੰਘ ਨੂੰ ਬੇਨਤੀ ਕੀਤੀ ਵੀ ਸਾਡਾ ਦੋਸ਼, ਉਹ ਆਂਦੇ ਨੇ ਮੇਰੇ ਵੱਸ ਦੀ ਗੱਲ ਨਹੀਂ। ਇਹ ਤੋਂ ਵੱਧ ਦੁੱਖ ਕੀ ਹੋਵੇਗਾ? ਮੇਰੇ ਵਾਸਤੇ ਗੱਲ ਨਹੀਂ ਹੈ। ਬਿਲਕੁਲ ਸ਼ਰੇਆਮ ਅਸੀਂ 7 ਮੈਂਬਰ ਸਾਂ,
ਸੱਤਾਂ ਮੈਂਬਰਾਂ ਦੇ ਜਥੇਦਾਰ ਜੀ ਸਾਹਮਣੇ ਆਪ ਕਹਿ ਰਹੇ ਨੇ ਮੇਰੇ ਵਾਸਤੇ ਗੱਲ ਜਥੇਦਾਰ ਸਾਹਿਬ ਨੇ ਹਰਮੰਦਰ ਸਾਹਿਬ ਦੇ ਵਿੱਚ ਇਹ ਗੱਲ ਕਹੀ, ਸਿਰਾਂ ਦੇ ਗੁਰੂ ਨਾਨਕ ਦੇਵ ਦੀ ਸਿਰਾਂ ਦੇ ਸਾਹਮਣੇ। ਵੈ ਚਿੰਡਾ ਮੇਰੇ ਵਾਸਤੇ ਗੱਲ ਨਹੀਂ ਹੈ। ਫਿਰ ਆਪਾਂ ਕੀ ਕਹਿ ਸਕਦੇ? ਇਹ ਤੋਂ ਵੱਧ ਦੁੱਖ ਕਿ ਸਾਨੂੰ ਕੀ ਪਹੁੰਚ ਸਕਦਾ? ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਚੰਗਾ ਲੱਗਿਆ, ਪਰ ਆਸ ਕਰਦੇ ਹਾਂ ਕਿ ਜੋ ਬਦਲਾਵ ਆਇਆ ਹੈ, ਜੋ ਤੁਹਾਨੂੰ ਮੌਕਾ ਮਿਲਿਆ, ਉਹਦਾ ਤੁਸੀਂ ਕੁਝ ਵੱਖਰਾ ਕਰੋ ਕਿ ਹਾਂ ਅੱਜ ਉਹ ਨਜ਼ਰ ਆਏ ਕਿ ਵੀ ਗੁਰੂ ਨਾਨਕ ਨਾਲੋਂ ਬਿਲਕੁਲ ਦੂਰ ਨਹੀਂ ਹੈ। ਗੁਰਦੁਆਰਿਆਂ ਵਿੱਚ ਗੁਰੂਆਂ ਦੀ ਬਾਣੀ, ਗੁਰੂਆਂ ਦੀ ਸਿੱਖਿਆ ਝਲਕਣੀ ਚਾਹੀਦੀ ਹੈ। ਮੈਂ ਇੱਕ ਤੇ ਆਪਣੇ ਸਾਰੇ ਮੈਂਬਰ ਸਾਹਿਬਾਨਾਂ ਨੂੰ, ਉਹ ਕਿਸੇ ਵੀ ਗੁਰੂ ਘਰ ਦੇ ਵਿੱਚ ਜਾਣ, ਇਹ ਜੇ ਮੈਂਬਰ, ਇਹ ਜੇ ਪ੍ਰਧਾਨ ਬਣ ਕੇ ਨਾ ਜਾਣ, ਸੰਗਤ ਦੇ ਰੂਪ ਵਿੱਚ ਸੇਵਾਦਾਰ ਬਣ ਕੇ ਜਾਣ। ਜੇ ਲੰਗਰ ਛਕਣਾ ਤੇ ਪੰਗਤ ਵਿੱਚ ਬਹਿ ਕੇ ਛਕਣ। ਇਹ ਨਾ ਹੋਵੇ ਵੀ ਸਾਡੇ ਵੀਆਈਪੀ ਕਲਚਰ ਖਤਮ ਕਰਨ। ਇੱਕ ਸਾਡੀ ਆਸ ਹੈ ਕਿ ਵੀ ਜਿਹੜੇ ਵੀਆਈਪੀ ਲਾਈਨ ਲੱਗਦੀ ਆ ਉਹ ਬੰਦ ਕਰ ਦਿਓ। ਸਾਡੇ ਗੁਰੂ ਘਰਾਂ ਵਿੱਚ ਵੀਆਈਪੀ ਲਾਈਨ ਨਹੀਂ ਹੋਣੀ ਚਾਹੀਦੀ। ਜੇ ਨਹੀਂ ਟਾਈਮ ਹੈ ਨਾ ਜਾਓ, ਜੇ ਟਾਈਮ ਹੈ ਤਾਂ ਲਾਈਨ ਵਿੱਚ ਜਾਓ। ਉਹ ਮੈਂ ਤੇ ਅਬ ਤੁਹਾਡੇ ਅੱਗੇ ਬੇਨਤੀ ਕਰਦੀ ਹਾਂ, ਜੇ ਇਹ ਕਰ ਦੋਗੇ ਤਾਂ ਹਰਿਆਣੇ ਦੇ ਗੁਰਦੁਆਰੇ ਸਾਨੂੰ ਬੜੀ ਖੁਸ਼ੀ ਹੋਏਗੀ। ਮੈਂ ਬੇਨਤੀ ਕਰ ਰਿਹਾ, ਕੱਲ ਮੈਂ 10ਵੀਂ ਪਾਤਸ਼ਾਹੀ ਉੱਥੇ ਸਿਰਸਾ ਸਾਂ, ਮੀਟਿੰਗ ਸੀ ਸਾਡੀ, ਉੱਥੇ 500-400 ਸੰਗਤ ਦੇ ਰੂਪ ਵਿੱਚ ਇਕੱਠੇ ਹੋਏ। ਜਦੋਂ ਮੈਂ ਲੰਗਰ ਛਕਣ ਲੱਗਾ ਤੇ ਮੈਨੇਜਰ ਸਾਹਿਬ ਮੈਨੂੰ ਕਹਿਣ ਲੱਗੇ ਜੀ ਕਮਰੇ 'ਚ ਆਣ ਕੇ ਲੰਗਰ ਛਕੋ। ਮੈਂ ਬੇਨਤੀ ਕੀਤੀ, ਮੈਂ ਕਿਹਾ ਆਹ ਜਿਹੜੇ ਸਾਰੇ ਨੇ ਇਹਨਾਂ ਨੂੰ ਤੂੰ ਦਫ਼ਤਰ 'ਚ ਬਾ ਕੇ ਲੰਗਰ ਛਕਾ ਸਕਦਾ? ਲੰਗਰ ਪੰਗਤ 'ਚ ਚੱਲਦਾ ਹੈ, ਮੈਂ ਤੇ ਉੱਥੇ ਬਵਾਂਗਾ। ਇਹ ਮੱਥਾ ਟੇਕਣਾ ਹੋਏ ਕਿੱਥੇ ਵੀ ਹੋਏ, ਵੀਆਈਪੀ ਲਾਈਨ ਨਹੀਂ ਹੋਣੀ ਚਾਹੀਦੀ। ਦੂਜੀ ਮੈਨੂੰ ਇਹ ਲੱਗਦਾ ਕਿ ਜਿਹੜੇ ਸੇਵਾਦਾਰ ਡਾਂਗਾ ਲੈ ਕੇ ਖੜੇ ਹੁੰਦੇ ਉਹ ਵੀ ਨਹੀਂ ਹੋਣੇ ਚਾਹੀਦੇ, ਬਿਕੋਜ਼ ਅਸੀਂ ਚਾਹੁੰਦੇ ਹਾਂ ਕਿ ਅਸੀਂ ਗੁਰੂ ਦੇ ਘਰ ਆਏ ਹਾਂ, ਸਾਨੂੰ ਉੱਥੇ ਪਿਆਰ ਹਰ ਚੀਜ਼ ਮਿਲਣੀ ਚਾਹੀਦੀ ਹੈ। ਉਹ ਜਿਹਾ ਅਹਿਸਾਸ ਹੋਣਾ ਚਾਹੀਦਾ ਕਿ ਆਪਣੇ ਪਿਓ ਦੇ ਘਰ ਆਏ ਹਾਂ। ਇਸ ਤਰ੍ਹਾਂ ਜੀ ਬਸ ਆਹੀ ਤੇ ਕਮੀਆਂ ਨੇ। ਈਸਾਈ ਧਰਮ ਕਿਉਂ ਅੱਗੇ ਜਾ ਰਿਹਾ? ਸਿੱਖ ਧਰਮ ਨਾਲੋਂ ਈਸਾਈ ਕਿਉਂ ਕਨਵਰਟ ਹੋ ਰਹੇ ਨੇ? ਉਹਨਾਂ ਦੀ ਐਜੂਕੇਸ਼ਨ, ਉਹਨਾਂ ਦਾ ਹੈਲਥ ਬਾਰੇ ਸੋਚਣਾ, ਪ੍ਰੇਮ ਪਿਆਰ, ਉਹਨਾਂ ਕੋਲ ਕੋਈ ਡਾਂਗ ਵਰਛਾ ਹੁੰਦਾ ਹੈ। ਉਹ ਹੱਥ ਜੋੜ ਕੇ ਬੇਨਤੀ ਕਰਦੇ ਨੇ, ਸਭ ਬਰਾਬਰ ਇੱਕੋ ਥਾਂ ਬੈਠਦੇ ਨੇ। ਕੋਈ ਵੀਆਈਪੀ ਲਾਈਨ ਨਹੀਂ ਹੁੰਦੀ, ਜਿੰਨੇ ਜਾਣਾ ਇੱਕ ਲਾਈਨ 'ਚ ਲੱਗ ਕੇ ਜਾਂਦਾ। ਵੀਆਈਪੀ ਕਲਚਰ ਨਹੀਂ ਹੈਗਾ। ਤੇ ਇਹੀ ਕਾਰਨ ਨੇ ਕਿ ਸਾਡੀ ਜਿਹੜੀ ਵੀਆਈਪੀ ਲਾਈਨ ਹੈ, ਅਸਾਂ ਰਾਜਨੀਤਿਕ ਤੌਰ ਤੇ ਗੁਰੂ ਨੂੰ ਵਰਤ ਰਹੇ ਹਾਂ, ਗੁਰਦੁਆਰੇ ਨੂੰ ਵਰਤ ਰਹੇ ਹਾਂ, ਧਰਮ ਨੂੰ ਰਾਜਨੀਤਿਕ ਦੇ ਥੱਲੇ ਪੈਰਾਂ ਵਿੱਚ ਰੋਲ ਦਿੱਤਾ। ਉੱਥੋਂ ਵੀਆਈਪੀ ਲਾਈਨ ਸ਼ੁਰੂ ਹੋ ਜਾਂਦੀ ਹੈ। ਜਦੋਂ ਰਾਜਨੀਤਿਕ ਲੋਕ, ਹੁਣ ਇੱਕ ਮੰਤਰੀ ਹੈ, ਬੀਬੀ ਜਗੀਰ ਕੌਰ ਐਮਐਲਏ ਵੀ ਬਣਦੀ ਸੀ, ਮੰਤਰੀ ਬਣਦੀ ਸੀ, ਤੇ ਉਹ ਉੱਥੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਬਣਦੀ ਸੀ। ਵੀ ਤੇਰੇ ਦੋ ਦਿਲ ਕਿਸ ਤਰ੍ਹਾਂ ਹੋ ਸਕਦੇ ਨੇ? ਦੋ ਸੋਚਾਂ ਤੇਰੀਆਂ ਕਿਸ ਤਰ੍ਹਾਂ ਹੁੰਦੀਆਂ ਨੇ? ਇੱਥੇ ਸੇਵਾ ਭਾਵਨਾ ਹੈ, ਉੱਥੇ ਹੁਕਮ ਹੈ। ਹੁਕਮ ਤੇ ਗੁਰੂ ਘਰ ਵਿੱਚ ਤੇ ਹੁਕਮ ਕਿਸੇ ਦਾ ਚੱਲਦਾ ਹੀ ਨਹੀਂ ਗੁਰੂ ਮਹਾਰਾਜ ਤੋਂ ਬਿਨਾਂ। ਗੁਰੂ ਮਹਾਰਾਜ ਤੋਂ ਜੋ ਹੁਕਮਨਾਮਾ ਚੱਲਦਾ ਉਹੀ ਗੁਰੂ ਸਾਨੂੰ ਹੁਕਮ ਦਿੰਦਾ, ਉਸੇ ਅਨੁਸਾਰ ਅਸੀਂ ਚੱਲਦੇ ਹਾਂ। ਪਰ ਉੱਥੇ ਤੂੰ ਹੁਕਮ ਦੇ ਨਾਲ ਪੋਲੀਟੀਕਲ, ਇੱਥੇ ਤੂੰ ਮੁੱਖ ਸੇਵਾਦਾਰ ਬਣ ਕੇ ਆਣ ਕੇ ਬਹਿ ਜਾਣਾ। ਉੱਥੇ ਤੂੰ ਮੰਤਰੀ ਵੀ ਰਹਿਣਾ ਤੇ ਇੱਥੇ ਤੁਸੀਂ ਮੰਨੋ ਨਾ ਮੰਨੋ, ਬਟ ਅੱਜ ਅਫਸੋਸ ਨਾਲ ਕਿੱਥੇ ਗੋਲਕ ਦੀ ਲੜਾਈ ਰਹਿ ਗਈ ਹੈ। ਨਹੀਂ ਮੈਡਮ ਜੀ, ਵੇਖੋ ਆਪਣੇ ਮਨ 'ਚ ਇਹ ਗੱਲ ਨਹੀਂ ਵੀ ਗੋਲਕ ਦੀ ਲੜਾਈ ਤੁਹਾਡੇ ਮਨ ਵਿੱਚ ਨਾ ਹੋਏ, ਪਰ ਬੜਿਆਂ ਦੇ ਮਨ ਵਿੱਚ ਹੈਗੀ ਹੈ। ਹਾਂ, ਇਹਦਾ ਰਸਤਾ ਜ਼ਰੂਰ ਕੱਢਣਾ ਪਏਗਾ। ਸਾਰਿਆਂ ਨੂੰ ਤੇ ਮੈਂ ਨਹੀਂ ਕਹਿ ਸਕਦਾ ਵੀ ਹਰ ਇੱਕ ਦਾ ਇਨਸਾਨ ਦਾ ਦਿਲ ਇੱਕੋ ਜਿਹਾ ਹੁੰਦਾ, ਪਰ ਉਹ ਆਪਣਾ ਦਿਲ। ਮੇਰੀ ਜਿੱਥੋਂ ਤੱਕ ਸੋਚ ਹੈ, ਤੁਸੀਂ ਹੁਣ ਜੋ ਨਵੀਂ ਤੁਹਾਡੇ ਕੋਲ ਬਹੁਤ ਤਾਕਤ ਹੋਏਗੀ, ਬਹੁਤ ਬਦਲਾਵ ਲਿਆ ਸਕਦੇ ਹੋ। ਇਹ ਚੀਜ਼ ਨੂੰ ਜੇ ਮੰਨੋਗੇ ਤਾਂ ਹੀ ਇਹਦੇ ਬਾਰੇ ਕੁਝ ਕਰ ਸਕੋਗੇ। ਇਹ ਤਾਂ ਹੁਣ ਪਰਮਾਤਮਾ ਮੈਥੋਂ ਮਨਵਾਏ, ਇਹ ਕੰਮ ਕਰਨ ਦੀ ਮੈਨੂੰ ਸ਼ਕਤੀ ਬਸੇ। ਤੁਸੀਂ ਵੀ ਅਰਦਾਸ ਕਰੋ ਆਪਣੇ ਅਖਬਾਰ ਰਾਹੀਂ, ਬਹੁਤ ਅਰਦਾਸ ਕਰਾਂਗੇ, ਜ਼ਰੂਰ ਅਰਦਾਸ ਕਰਾਂਗੇ ਕਰੋ, ਤੇ ਮੈਂ ਵੀ ਕਰਾਂਗਾ। ਤੇ ਮੈਂ ਮੈਂਬਰਾਂ ਸਾਹਿਬ ਨੂੰ ਬੇਨਤੀ ਕਰਾਂਗਾ, ਕਿਸੇ ਗੁਰਦੁਆਰੇ ਜਾ ਕੇ ਉਹ ਜਿਹੜਾ ਬਚਪਨ ਵਿੱਚ ਜਿਹੜਾ ਸਾਦਗੀ ਤੇ ਪਿਆਰ ਮਿਲਦਾ ਸੀ, ਹੁਣ ਨਹੀਂ ਮਿਲਦਾ। ਤੇ ਉਮੀਦ ਕਰਦੇ ਹਾਂ ਕਿ ਅਸੀਂ ਤੁਹਾਡੇ ਗੁਰਦੁਆਰਿਆਂ ਵਿੱਚ ਉੱਥੇ ਆ ਕੇ ਉਹ ਬਚਪਨ ਦੇ ਜਿਹੜੇ ਗੁਰਦੁਆਰੇ ਨੰਦ ਸਾਹਿਬ ਜਾਂਦੇ ਸੀਗੇ, ਦਰਬਾਰ ਸਾਹਿਬ ਜਾਂਦੇ ਸੀਗੇ, ਤੇ ਉਹ ਉੱਥੇ ਕੋਈ ਡਾਂਗਾ ਵਾਲਾ ਨਹੀਂ ਖੜਾ ਹੁੰਦਾ ਸੀ, ਸੰਗਮਰਮਰ ਦੀਆਂ ਦੀਵਾਰਾਂ ਨਹੀਂ ਹੁੰਦੀਆਂ ਸੀਗੀਆਂ। ਉਹ ਜਿਹੜੀ ਸਾਦਗੀ ਹੈ ਜੇ ਉਹ ਵਾਪਸ ਆ ਗਈ ਤਾਂ ਮੈਂ ਮੈਡਮ ਜੀ, ਤੁਸੀਂ ਸੁਪਰੀਮੋ ਉਹ ਆਪਣੇ ਸਪੋਕਸਮੈਨ ਦੇ, ਤੇ ਮੈਂ ਤੁਹਾਨੂੰ ਵਾਅਦਾ ਕਰਨਾ ਵਾ, ਇਹ ਕੋਸ਼ਿਸ਼ ਰਲ ਮਿਲ ਕੇ ਸੰਗਤ ਦਾ ਸਹਿਯੋਗ, ਮੈਂਬਰਾਂ ਦਾ ਸਹਿਯੋਗ ਅਤੇ ਸਾਰੇ ਰਲ ਮਿਲ ਕੇ, ਮੈਂ ਤਾਂ ਆਪਣੇ ਆਪ ਨੂੰ ਪ੍ਰਧਾਨ ਨਹੀਂ ਮੰਨਦਾ, ਮੈਂ ਤਾਂ ਇੱਕ ਸੰਗਤ ਦਾ ਸੇਵਾਦਾਰ ਮੰਨਦਾ, ਚੌਕੀਦਾਰ ਸਮਝ ਲਓ। ਅਸੀਂ ਮੁੱਖ ਸੇਵਾਦਾਰੀ ਕਵਾਂਗੇ, ਅਸੀਂ ਵੀ ਜ਼ਿਆਦਾ ਪ੍ਰਧਾਨ ਨਹੀਂ ਕਵਾਂਗੇ। ਹਾਂ, ਤੇ ਕਹਿਣ ਦੀ ਲੋੜ ਹੀ ਨਹੀਂ ਜੀ। ਗੁਰਦੁਆਰੇ ਤੇ ਪ੍ਰਧਾਨ ਗੁਰੂ ਹੈ, ਬਿਲਕੁਲ ਗੁਰੂ ਹੈ। ਤੇ ਆਪਾਂ ਪ੍ਰਧਾਨ ਅਖਵਾਨ ਦੇ ਤੇ ਹੱਕਦਾਰ ਵੀ ਨਹੀਂ ਹੋ ਸਕਦੇ ਕਦੀ ਗੁਰੂ ਦੇ ਸਾਹਮਣੇ। ਜਦੋਂ ਗੁਰੂ ਦੀ ਸੇਵਾ ਕਰਨੀ ਤੇ ਫਿਰ ਆਪਾਂ ਪ੍ਰਧਾਨ ਕਿਵੇਂ ਰਹਿ ਗਏ? ਪ੍ਰਧਾਨ ਤਾਂ ਇੱਕ ਹੀ ਹੋਏਗਾ, ਜਾਂ ਗੁਰੂ ਨੂੰ ਮੰਨ ਲਈ ਜਾਂ ਆਪਣੇ ਆਪ ਨੂੰ ਮੰਨ ਲਈਏ। ਚਲੋ, ਤੁਹਾਡੀਆਂ ਗੱਲਾਂ ਬੜੀਆਂ ਸੋਹਣੀਆਂ ਨੇ, ਬੜੀਆਂ ਮਿੱਠੀਆਂ ਨੇ, ਤੇ ਉਮੀਦ ਕਰਦੇ ਹਾਂ ਇਹਨਾਂ ਦਾ ਅਸਰ ਅਸੀਂ ਆਉਣ ਵਾਲੇ ਸਮੇਂ ਵਿੱਚ ਦੇਖਾਂਗੇ। ਸਾਨੂੰ ਜੁੜਨ ਲਈ ਬਹੁਤ ਬਹੁਤ ਧੰਨਵਾਦ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।